जी का खालसा वाहिगुरू की फतेह। ਅੱਜ ਦੀ ਹਿੰਮਤ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਨਾਲ ਫਿਲਾਸਫੀ ਦਾ ਵਿਸ਼ਾ ਸਾਂਝਾ ਕਰਦੇ ਹਨ। ਪਿਛਲੇ ਕੁਝ 2-3 ਹਫ਼ਤਿਆਂ ਤੋਂ ਅਰਦਾਸ ਦੇ ਵਿਸ਼ੇ ਦੇ ਉੱਤੇ ਆਪ ਜੀ ਵਿਚਾਰਾਂ ਸਾਂਝੀਆਂ ਕਰ ਰਹੇ ਹਨ। ਉਸੇ ਲੜੀ ਨੂੰ ਤੋਰਦਿਆਂ ਹੋਇਆਂ ਅੱਗੇ ਆਪ ਜੀ ਅੱਜ ਦੇ ਵਿਸ਼ੇ ਨੂੰ ਸਾਡੇ ਨਾਲ ਸਾਂਝਾ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਅਰਦਾਸ ਦੇ ਉੱਤੇ ਵਿਚਾਰਾਂ ਕਰ ਰਹੇ ਹਾਂ। ਪਿਛਲੇ ਹਫ਼ਤੇ ਅਰਦਾਸ ਦੇ ਦੂਜੇ ਪਹਿਰੇ ਬਾਰੇ ਅਸੀਂ ਵਿਚਾਰ ਆਰੰਭ ਕੀਤੀ ਸੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ ਇਹ ਵਿਸਤਾਰ ਅਸੀਂ ਕਰ ਚੁੱਕੇ ਹਾਂ। ਅਰਦਾਸ ਦੀ ਇਹ ਸ਼ਬਦਾਵਲੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਕੇ ਨਿਡਰ ਕੀਤਾ, ਤਿਨਾਂ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਅਗਲੀ ਸ਼ਬਦਾਵਲੀ 40 ਮੁਕਤਿਆਂ ਦੀ ਆਉਂਦੀ ਹੈ। ਆਮ ਬੋਲੀ ਵਿੱਚ, ਆਮ ਭਾਸ਼ਾ ਵਿੱਚ ਮੁਕਤਾ ਉਸ ਨੂੰ ਆਖਦੇ ਹਨ ਜੋ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਮਨੁੱਖ ਦੀ ਹੋਂਦ ਨਾਲ ਜੁੜੇ ਹੋਏ ਬੰਧਨ, ਜਨਮ ਤੇ ਮਰਨ ਦੇ, ਮਾਇਆ ਦੇ ਮੋਹ, ਦੁੱਖ ਸੁੱਖ ਦੇ ਬੰਧਨ, ਇਹ ਮਨੁੱਖ ਦੇ ਨਾਲ ਜੁੜੇ ਹੋਏ ਹਨ। ਇਹਨਾਂ ਤੋਂ ਛੁਟਕਾਰੇ ਦਾ ਨਾਮ ਮੁਕਤੀ ਹੈ। ਐਸੀ ਮੁਕਤੀ ਪ੍ਰਾਪਤ ਕਰਨ ਵਾਲੇ ਨੂੰ ਮੁਕਤਾ ਕਿਹਾ ਜਾਂਦਾ ਹੈ ਜਾਂ ਮੁਕਤਾ ਕਹਾਉਂਦਾ ਹੈ। ਸਿੱਖ ਧਰਮ ਦੇ ਵਿੱਚ ਇਸ ਸ਼ਬਦ ਦੀ ਜਿਹੜੀ ਵਿਸ਼ਾਲਤਾ ਹੈ ਹੋਰ ਵੀ ਜ਼ਿਆਦਾ ਹੈ। ਸਿੱਖ ਧਰਮ ਵਿੱਚ ਬੰਧਨਾਂ ਤੋਂ ਛੁਟਕਾਰਾ ਹੋਣ ਦਾ ਮੁੱਖ ਸਾਧਨ ਆਤਮ ਸਮਰਪਣ ਹੈ। ਮਨੁੱਖ ਆਪਣੀ ਸਿਆਣਪ ਨਾਲ, ਆਪਣੀ ਚਲਾਕੀ ਨਾਲ ਇਹ ਬੰਧਨਾਂ ਨੂੰ ਕੱਟ ਨਹੀਂ ਸਕਦਾ। ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ। ਆਪਾ ਭਾਵ ਤਿਆਗ ਕੇ ਆਤਮ ਸਮਰਪਣ ਕਰਕੇ ਆਪਣੇ ਆਪ ਨੂੰ ਮਰ ਜਾਣਾ। ਜੀਵਤ ਮਰੇ, ਮਰੇ ਫੁਨ ਜੀਵੇ, ਤਾਂ ਮੁਖ ਅੰਤਰ ਪਾਏ। ਪਹਿਲਾਂ ਆਪਣੇ ਆਪ ਨੂੰ ਭੇਟ ਕਰੇ, ਫਿਰ ਉਹ ਜੀਵਨ ਲਵੇ। ਮੌਤ ਵਿੱਚੋਂ ਜੀਵਨ ਮਿਲਦਾ ਹੈ, ਭਾਵ ਆਪਾ ਮਾਰ ਕੇ ਨਵਾਂ ਜੀਵਨ ਮਿਲਦਾ ਹੈ। ਉਹਨੂੰ ਮੁਕਤਾ ਕਿਹਾ ਜਾਂਦਾ ਹੈ। ਤੋ ਸਤਿਗੁਰੂ ਜੀ ਦੇ ਬਚਨਾਂ ਤੋਂ ਸਦਕੇ ਜਾਣਾ, ਬਲਿਹਾਰ ਜਾਣਾ, ਕੁਰਬਾਨ ਜਾਣਾ, ਮੁਕਤੇ ਰਮਨ ਗੋਬਿੰਦ ਹੈ। ਉਹ ਮੁਕਤੇ ਹਨ ਜਿਹੜੇ ਕਰਤਾਰ ਦੀ ਯਾਦ ਆਪਣੇ ਹਿਰਦੇ ਅੰਦਰ ਪੱਕੀ ਕਰ ਲੈਂਦੇ ਹਨ। ਇਹ ਆਤਮ ਸਮਰਪਣ ਵਾਹਿਗੁਰੂ ਦੀ ਯਾਦ ਵਿੱਚ ਰਹਿਣਾ ਹੈ। ਇਹ ਸਰੈਂਡਰ, ਆਤਮ ਸਮਰਪਣ ਵਾਹਿਗੁਰੂ ਦੀ ਯਾਦ 'ਚ ਰਹਿਣਾ ਹੈ। ਧਰਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਆਪਣੇ ਅੰਦਰ ਪਿਆਰ, ਨਿਮਰਤਾ ਦਾ ਧਾਰਨੀ ਹੋਣਾ। ਕਿਸੇ ਵੀ ਢੰਗ ਦੇ ਨਾਲ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਅੱਗੇ, ਗੁਰੂ ਦੇ ਹਵਾਲੇ ਕਰ ਦਿੰਦੇ ਹਾਂ, ਤੇ ਫਿਰ ਗੁਰੂ ਦੀ ਮੱਤ ਅਨੁਸਾਰ ਜਦੋਂ ਅਸੀਂ ਚੱਲਦੇ ਹਾਂ ਤਾਂ ਫਿਰ ਮੁਕਤੇ ਦੀ ਗੱਲ ਸਾਡੇ ਸਾਹਮਣੇ ਆ ਜਾਂਦੀ ਹੈ। ਅਰਦਾਸ ਦੇ ਵਿੱਚ ਜਿਨ੍ਹਾਂ 40 ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਹੈ, ਉਹ ਹਨ ਜਿਨ੍ਹਾਂ ਨੇ ਆਤਮ
ਸਮਰਪਣ ਦੇ ਸਿਖਰ ਨੂੰ ਛੂ ਲਿਆ ਸੀ ਔਰ ਸਤਿਗੁਰੂ ਜੀ ਆਪਣੇ ਮੁਕਤੀ ਦੇ ਦਾਤੇ ਤੋਂ ਆਪਣੀਆਂ ਜਾਨਾਂ ਨੂੰ ਵਾਰ ਦਿੱਤਾ ਸੀ। ਤਕਰੀਬਨ 2 ਮੁਕਤੇ 40 ਮੁਕਤਿਆਂ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਆਉਂਦਾ ਹੈ, ਜਿਨ੍ਹਾਂ ਦਾ ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਜ਼ਿਕਰ ਕੀਤਾ ਹੈ। ਇੱਕ ਉਹ ਮੁਕਤੇ ਹਨ ਜੋ ਚਮਕੌਰ ਦੀ ਗੜ੍ਹੀ ਦੇ ਵਿੱਚ ਵੈਰੀ ਦਲ ਦੇ ਨਾਲ ਟਕਰਾ ਕਰਦੇ ਹੋਏ ਸ਼ਹੀਦ ਹੋ ਗਏ। ਇੱਕ ਉਹ ਮੁਕਤੇ ਹਨ ਜੋ ਮੁਕਤਸਰ ਦੀ ਜੰਗ ਵਿੱਚ ਵੈਰੀ ਦਲ ਨਾਲ ਟਕਰਾ ਕਰਦੇ ਹੋਏ ਸ਼ਹੀਦ ਹੋ ਗਏ। 2 ਤਰ੍ਹਾਂ ਦੇ ਮੁਕਤਿਆਂ ਦੇ ਨਾਮ ਵੀ ਮਿਲਦੇ ਹਨ। ਨਾਮਾਂ ਦੇ ਵਿੱਚ ਅਸੀਂ ਚਲੇ ਜਾਵਾਂਗੇ ਤਾਂ ਬਹੁਤ ਲੰਬਾ ਚੌੜਾ ਕੰਮ ਹੋਏਗਾ। ਮੈਂ ਸਿਰਫ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੁਸ਼ ਵਿੱਚੋਂ ਆਪ ਜੀ ਨਾਮ ਪੜ੍ਹ ਸਕਦੇ ਹੋ। ਉੱਥੇ 40 ਦੇ 40 ਨਾਮ ਜਿਹੜੇ ਹਨ ਦਿੱਤੇ ਹੋਏ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਸ਼ਹੀਦ ਹੋਣ ਵਾਲੇ ਜਿਹੜੇ ਮੁਕਤੇ ਹਨ, ਉਹਨਾਂ ਦਾ ਵੇਰਵਾ ਸਾਰਾ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੁਸ਼ ਵੀ ਦਿੱਤਾ ਹੋਇਆ ਹੈ। ਕਈ ਵਾਰੀ ਇੱਕ ਸਵਾਲ ਕੀਤਾ ਜਾਂਦਾ ਵੀ ਅਰਦਾਸ ਵਿੱਚ ਅਸੀਂ ਕਿਹੜੇ ਮੁਕਤਿਆਂ ਨੂੰ ਯਾਦ ਕਰਦੇ ਹਾਂ, ਚਮਕੌਰ ਸਾਹਿਬ ਵੀ ਸ਼ਹੀਦ ਹੋਣ ਵਾਲਿਆਂ ਨੂੰ ਜਾਂ ਮੁਕਤਸਰ ਦੇ ਵਿੱਚ ਸ਼ਹੀਦ ਹੋਣ ਵਾਲਿਆਂ ਨੂੰ? ਇਹਦਾ ਜਵਾਬ ਬੜਾ ਸੌਖਾ ਜਿਹਾ ਹੈ ਵੀ ਜਿਹੜਾ ਕੋਈ ਯਾਦ ਆ ਜਾਂਦਾ ਮੁਬਾਰਕ ਹੈ। ਗੱਲ ਕੁਰਬਾਨੀ ਦੀ ਹੈ, ਇੱਥੇ ਕੋਈ ਖਾਸ ਬੰਧਨ ਨਹੀਂ ਹੈ ਵੀ ਉਹ 40 ਮੁਕਤੇ ਬੱਝੇ ਹੋਏ ਹਨ। ਜੇਕਰ ਦੋਵੇਂ ਯਾਦ ਆ ਜਾਣ ਤਾਂ ਹੋਰ ਵੀ ਮੁਬਾਰਕ ਹੈ। ਉਹ ਸ਼ਹੀਦੀਆਂ ਜਿਹੜੀਆਂ ਮੁਬਾਰਕ ਹਨ, ਜਿਹੜੀਆਂ ਸ਼ਹੀਦੀਆਂ ਪਾ ਗਈਆਂ, ਜਦੋਂ ਉਹਨਾਂ ਦੀ ਯਾਦ ਸਾਡੇ ਮਨ 'ਚ ਆਉਂਦੀ ਹੈ, ਅਸਲ ਵਿੱਚ ਗੁਰੂ ਤੋਂ ਸਨਮੁਖ ਸ਼ਹੀਦ ਹੋ ਜਾਣਾ ਹੀ ਟੁੱਟੀ ਗੰਢਣਾ ਹੈ। ਜਿਨ੍ਹਾਂ ਨੇ ਆਪਣੀ ਟੁੱਟੀ ਜਿਹੜੀ ਸੀ ਉਹ ਗੰਢਵਾ ਲਈ। ਇੱਥੇ ਉਹਨਾਂ ਦੀ ਕੁਰਬਾਨੀ ਦਾ ਜ਼ਿਕਰ ਹੈ, ਉਹਨਾਂ ਦਾ ਉਸ ਕੁਰਬਾਨੀ ਦਾ ਜ਼ਿਕਰ ਕੀਤਾ ਗਿਆ ਹੈ, ਨਾ ਕਿ ਕੋਈ ਹੋਰ ਚੀਜ਼ ਦਾ ਵਰਣਨ ਜਿਹੜਾ ਹੈ ਅਰਦਾਸ ਵਿੱਚ ਸਾਨੂੰ ਮਿਲਦਾ ਹੈ। ਤਾਂ 40 ਮੁਕਤੇ ਉਹਨਾਂ ਦੀ ਕੁਰਬਾਨੀ ਹੈ, ਜਿਨ੍ਹਾਂ ਦਾ ਜ਼ਿਕਰ ਗੁਰੂ ਅਰਦਾਸ ਦੇ ਵਿੱਚ ਸਿੱਖਾਂ ਨੂੰ ਯਾਦ ਕਰਨ ਦੀ ਗੱਲ ਜਿਹੜੀ ਕੀਤੀ ਗਈ ਹੈ। ਤਾਂ ਅੱਗੇ ਹੈ ਜਪੀਆਂ, ਤਪੀਆਂ, ਹਠੀਆਂ, ਇੱਕ ਜਪ, ਇੱਕ ਤਪ, ਹੱਠ। ਇਹ ਬਾਹਰੀ ਕਰਮ ਹਨ। ਗੁਰਬਾਣੀ ਦੇ ਵਿੱਚ ਜਪ, ਤਪ, ਹੱਠ ਨੂੰ ਬੜਾ ਕੁਛ ਇਹਦੇ ਬਾਰੇ ਲਿਖਿਆ ਗਿਆ ਹੈ। ਭੇਖ ਕਰਮ, ਪਖੰਡ ਕਰਮ ਹਨ, ਜਿਹੜੇ ਇੱਕ ਬਾਹਰੀ ਕਰਮ ਹਨ, ਜਿਨ੍ਹਾਂ ਦਾ ਅਧਿਆਤਮਿਕ ਜੀਵਨ ਨਾਲ ਕੋਈ ਸੰਬੰਧ ਨਹੀਂ ਹੈ, ਜੋ ਦਿਖਾਵੇ ਦੇ ਕਰਮ ਹਨ। ਇਹ ਐਸੇ ਫੁਕਟ ਕਰਮ ਹਨ ਜਿਨ੍ਹਾਂ ਵਿੱਚੋਂ ਭਗਤੀ ਜਿਹਦਾ ਜ਼ਿਕਰ ਗੁਰਬਾਣੀ ਨੇ ਕੀਤਾ ਹੋ ਨਹੀਂ ਸਕਦਾ। ਨਾ ਹੀ ਇਹ ਪ੍ਰਮਾਤਮਾ ਦੇ ਮਿਲਾਪ ਦੇ ਸਾਧਨ ਹਨ। ਇਹ ਤਾਂ ਅਧਿਆਤਮਿਕ ਰੋਗ ਹਨ ਤੇ ਗੁਰਮਤਿ ਵਿੱਚ ਇਹਨਾਂ ਦੀ ਵਿਰੋਧਤਾ ਵੀ ਕੀਤੀ ਗਈ। ਪਰ ਇੱਥੇ ਜਪ, ਤਪ, ਹੱਠ ਦੀ ਗੱਲ ਕਿਉਂ ਆ ਗਈ? ਇੱਕ ਜਪ, ਤਪ, ਹੱਠ ਐਸੇ ਵੀ ਹਨ ਜਿਨ੍ਹਾਂ ਦਾ ਮਨੋਰਥ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨਾ ਹੈ। ਤਾਂ ਸਤਿਗੁਰ ਦੀ ਨਜ਼ਰ ਵਿੱਚ ਇਹ ਸਾਰੇ ਉਪਰੇ ਜਿਹੇ ਯਤਨ ਹਨ। ਇਹਨਾਂ ਦਾ ਗੁਰਮਤਿ ਨਾਲ ਕੋਈ ਸੰਬੰਧ ਨਹੀਂ, ਨਾ ਹੀ ਗੁਰਮਤਿ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਹੈ, ਕਿਉਂਕਿ ਰਿੱਧ ਸਿੱਧ ਅਵਰਾ ਸਾਧ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਕਿਹਾ ਹੈ, ਅਵਰਾ ਸਾਧ ਹੈ। ਤਾਂ ਇਹ ਪਰਮਾਤਮਾ ਦੇ ਮਿਲਾਪ ਦੇ ਸਾਧਨ ਹੈ ਹੀ ਨਹੀਂ। ਜਪ ਤਪ ਕਰ ਕਰ ਸੰਜਮ ਥਾਕੀ, ਹੱਠ ਨਾ ਗ੍ਰਹਿ ਨਹੀਂ ਪਾਇਆ। ਇਸ ਤਰ੍ਹਾਂ ਵੀ ਪਾਇਆ ਨਹੀਂ ਜਾਂਦਾ। ਮੈਂ ਗੁਰਬਾਣੀ ਦੇ ਉਦਾਹਰਨ ਤਾਂ ਦੇ ਰਿਹਾ ਸਾਨੂੰ ਸਮਝ ਆ ਜਾਏ। ਇਹ ਭਰਮ ਹਨ, ਉਜੜ ਕਰਮ ਹਨ। ਸਤਿਗੁਰ ਪਾਤਸ਼ਾਹ ਕਹਿੰਦੇ ਸਭ ਜਪ, ਸਭ ਤਪ, ਸਭ ਚਤੁਰਾਈ, ਉਜੜ ਭਰਮੇ ਰਾਹ ਨਾ ਪਾਈ। ਗੁਰੂ ਨਾਨਕ ਸਾਹਿਬ ਦਾ ਬਚਨ ਆਉਂਦਾ ਹੈ। ਸਿੱਖੀ ਵਿੱਚ ਉਹ ਜਪ ਤਪ ਉਹੀ ਪ੍ਰਵਾਨ ਹਨ ਜਿਨ੍ਹਾਂ ਦਾ ਉਦੇਸ਼ ਮਾਲਕ ਦੀ ਮੁਹੱਬਤ ਦੇ ਨਾਲ ਜੁੜਨਾ ਹੋਵੇ। ਉਹਦਾ ਨਾਮ ਜਪ ਤਪ ਜਿਹੜਾ ਰੱਖਿਆ ਗਿਆ। ਸੋ ਜਪ, ਸੋ ਤਪ, ਸਾ ਬ੍ਰਤ ਪੂਜਾ, ਜਿਤ ਹਰਸ਼ੋਂ ਪ੍ਰੀਤ ਲਗਾਈ ਹੈ। ਜੇ ਹਰੀ ਦੀ ਪ੍ਰੀਤ ਹੀ ਜਪ ਹੈ, ਹਰੀ ਦੀ ਪ੍ਰੀਤ ਹੀ ਤਪ ਹੈ, ਹਰੀ ਦੀ ਪ੍ਰੀਤ ਹੀ ਹੱਠ ਹੈ। ਗੁਰਮਤਿ ਦਾ ਜਿਹੜਾ ਜਪ ਤਪ ਹੈ ਉਹ ਹੈ। ਜੇ ਇਹ ਜਿਹੜਾ ਭੇਦ ਹੈ ਗੁਰਮੁਖੀ ਹੈ ਜਿਹੜਾ ਸਮਝਦਾ ਹੈ, ਜਿਹਨੂੰ ਇਹ ਭੇਦ ਸਮਝ ਆ ਜਾਏ। ਗੁਰਮੁਖ ਹੋਵੇ ਸੋ ਮੱਘ ਪਛਾਣੇ,
ਹਰ ਰਸ ਰਸਨ ਰਸਾਈ, ਜਪ ਤਪ ਸੰਜਮ ਸਭ ਗੁਰ ਤੇ ਹੋਵੇ, ਹਿਰਦੇ ਨਾਮ ਵਸਾਈ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਆਉਂਦਾ ਹੈ। ਤਾਂ ਗੁਰਮਤਿ ਨੇ ਉਹ ਜਪ ਤਪ ਦੀ ਗੱਲ ਨਹੀਂ ਕੀਤੀ, ਇੱਥੇ ਭਾਣਾ ਮੰਨਣ ਦੀ ਗੱਲ ਕੀਤੀ ਹੈ। ਹੁਣ ਆਓ ਗੁਰਮਤਿ ਦੀ ਗੱਲ ਕਰੀਏ ਜਾਂ ਜਪ ਦੀ ਗੱਲ ਕਰੀਏ। ਜਪੀ ਆਮ ਲਫ਼ਜ਼ਾਂ ਵਿੱਚ ਉਹ ਹੁੰਦਾ ਜੋ ਜਪ ਕਰਦਾ ਹੈ। ਜਪ ਤੋਂ ਭਾਵ ਹੈ ਕਿਸੇ ਪਾਠ ਨੂੰ ਬਾਰ-ਬਾਰ ਉਚਾਰਨ ਕਰੀ ਜਾਣਾ। ਗੁਰਬਾਣੀ ਨੇ ਵੀ ਬਾਰ-ਬਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ। ਇੱਕ ਜਪ ਮੰਤਰ ਸਿੱਧੀ ਦਾ ਹੁੰਦਾ ਹੈ। ਪ੍ਰਾਤਨ ਸ਼ਾਸਤਰਾਂ ਵਿੱਚ ਅਨੇਕ ਤਰ੍ਹਾਂ ਦੇ ਜਪ ਮਨੋਕਾਮਨਾ ਦੀ ਪੂਰਤੀ ਕਰਨ ਲਈ ਕੀਤੇ ਜਾਂਦੇ ਹਨ। ਇਹਨਾਂ ਮੁਤਾਬਕ ਮੰਤਰਾਂ ਦੇ ਜਾਪ ਦੀ ਗਿਣਤੀ ਵੱਖੋ ਵੱਖਰੀ ਹੈ, ਸਮੱਗਰੀ ਵੱਖਰੀ ਵੱਖਰੀ ਹੈ, ਇਹਨਾਂ ਦੇ ਫਲ ਵੱਖਰੇ ਵੱਖਰੇ ਹਨ। ਐਸੇ ਤਾਂ ਮੰਤਰ ਜਾਪ ਗੁਰਮਤਿ ਵਿੱਚ ਪ੍ਰਵਾਨ ਨਹੀਂ ਹਨ। ਗੁਰਮਤਿ ਵਿੱਚ ਜਪ ਦਾ ਮਤਲਬ ਕੇਵਲ ਪਰਮੇਸ਼ਰ ਦੀ, ਗੁਰੂ ਦੀ, ਮਾਲਕ ਦੀ ਖੁਸ਼ੀ ਲੈਣੀ ਹੈ। ਗੁਰਮਤਿ ਵਿੱਚ ਇਹ ਜਪ ਦਾ ਮਤਲਬ ਹੈ। ਇਸ ਮਾਰਗ ਵਿੱਚ ਇੱਕ ਵਾਹਿਗੁਰੂ ਦੇ ਨਾਮ ਦੇ ਜਾਪ ਦਾ ਹੀ ਆਦੇਸ਼ ਮਿਲਦਾ ਹੈ, ਭਾਵ ਉਹਦੀ ਯਾਦ ਦਾ ਆਦੇਸ਼ ਮਿਲਦਾ ਹੈ, ਪਰਮੇਸ਼ਰ ਦੀ ਯਾਦ ਦਾ ਆਦੇਸ਼ ਮਿਲਦਾ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਗੁਰਮਤਿ ਵਿੱਚ ਕਿਸੇ ਹੋਰ ਕਰਮ ਨੂੰ ਜਪ ਦੀ ਪਦਵੀ ਨਹੀਂ ਦਿੱਤੀ ਗਈ, ਨਾ ਹੀ ਪ੍ਰਵਾਨ ਕੀਤਾ ਗਿਆ ਹੈ। ਜਪਨ ਤੋਂ ਬਾਰ-ਬਾਰ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਸਾਡੇ ਜਪ ਦੀ ਗੱਲ ਵੀ ਕੀਤੀ ਹੈ। ਜਦੋਂ ਰਸਨਾ ਕਰਦੀ ਤੂੰ ਹੀ ਦੀ ਗੱਲ ਹੈ, ਇਹ ਜਪ ਹੈ। ਰਸਨਾ ਦੀ ਯਾਦ ਵਿੱਚ ਜੁੜ ਜਾਣੀ। ਐਸਾ ਮਨ ਜਦੋਂ ਜਾਗ ਪੈਂਦਾ ਹੈ, ਰਸਨਾ ਤੂੰ ਹੀ ਕਰਦੀ ਹੈ, ਉਹਦੀ ਯਾਦ ਵਿੱਚ ਜੁੜਦਾ ਹੈ, ਤਾਂ ਇੱਕ ਮਨ ਇੱਕ ਚਿੱਤ ਹੋ ਕੇ ਉਸ ਕਰਤਾਰ ਦੀ ਜਦੋਂ ਯਾਦ ਵਿੱਚ ਜੁੜਦੀ ਹੈ, ਉਹਨਾਂ ਨੂੰ ਜਪੀ ਕਿਹਾ ਗਿਆ ਹੈ, ਨਾ ਕਿ ਕੋਈ ਹੋਰ ਸਾਧਨਾ ਕਰਨ ਵਾਲੇ ਨੂੰ ਜਪ ਦੀ ਗੱਲ ਕੀਤੀ ਗਈ ਹੈ। ਇਹ ਜਪ ਜਿਹੜਾ ਗੁਰਮਤਿ ਨੇ ਪ੍ਰਵਾਨ ਜਿਹੜਾ ਹੈ ਉਹ ਕੀਤਾ ਹੈ। ਤਾਂ ਗੁਰਮਤਿ ਦਾ ਜਪ ਦੂਜੇ ਜਪ ਨਾਲੋਂ ਵੱਖਰਾ ਹੈ। ਗੁਰਮਤਿ ਨੇ ਉਹ ਜਪ ਨੂੰ ਪ੍ਰਵਾਨ ਨਹੀਂ ਕੀਤਾ ਜਿਹੜਾ ਜਪ ਸੰਸਾਰ ਦੇ ਵਿੱਚ ਚੱਲਦਾ ਸੀ ਜਾਂ ਹੁੰਦਾ ਸੀ ਜਾਂ ਤੁਰਦਾ ਸੀ। ਗੁਰਮਤਿ ਦਾ ਹੱਠ ਜਿਹੜਾ ਨਿਰਮਲ ਹੈ, ਇਹਦਾ ਮੰਤਵ ਪਰਉਪਕਾਰੀ ਹੈ। ਭਾਈ ਗੁਰਦਾਸ ਜੀ ਨੇ ਪਾਣੀ ਦੀ ਮਿਸਾਲ ਦੇ ਕੇ ਦਿੱਤਾ ਸੀ ਤਪਦੇ ਪਰਉਪਕਾਰ ਨੂੰ, ਵੀ ਪਾਣੀ ਗਰਮ ਵੀ ਹੁੰਦਾ ਤਾਂ ਵੀ ਪਰਉਪਕਾਰ ਲਈ ਹੁੰਦਾ। ਇਹ ਜਿਹੜੀ ਸਤਿਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਗੱਲ ਕੀਤੀ ਗਈ ਜਾਂ ਆਦਰਸ਼ ਦੀ ਗੱਲ ਕੀਤੀ ਗਈ ਜਾਂ ਗੁਰਮਤਿ ਵਿੱਚ ਮਨ ਹੱਠ ਦੀ ਦ੍ਰਿੜਤਾ ਨਾਲ ਫੋਕਟ ਕਰਮ ਕੀਤੇ ਹੋਏ ਪ੍ਰਵਾਨ ਨਹੀਂ ਹਨ। ਉਹ ਗੁਰਮਤਿ ਵਿੱਚ ਤਾਂ ਪ੍ਰਭੂ ਦੀ ਪ੍ਰੀਤ ਨੂੰ ਹੀ ਸਭ ਤੋਂ ਉੱਚਾ ਸਥਾਨ ਮਿਲਿਆ ਹੈ। ਪ੍ਰਭੂ ਦੀ ਪ੍ਰੀਤ ਨੂੰ ਉੱਚਾ ਸਥਾਨ ਦਿੱਤਾ ਗਿਆ ਹੈ। ਪ੍ਰੀਤ ਪ੍ਰੇਮ ਤਨ ਖਚ ਰਿਹਾ, ਬੀਚ ਨਾ ਰਾਹੀ ਹੋਤ, ਚਰਨ ਕਮਲ ਮਨ ਬੇਦਿਓ, ਬੂਝਨ ਸੁਰਤ ਸੰਜੋਗ। ਇਹ 1363 ਅੰਕ ਤੇ ਗੁਰੂ ਪਾਤਸ਼ਾਹ ਜੀ ਦੇ ਬਚਨ ਆਉਂਦਾ ਹੈ। ਤੇ ਜਿਹੜਾ ਅਰਦਾਸ ਵਿੱਚ ਜਪੀਆਂ ਤੋਂ ਭਾਵ ਹੱਠੀਆਂ ਦੇ ਨਾਲ ਇਹ ਨਾਮ ਰਟਨ ਤੋਂ ਜਾਂ ਦੂਜਾ ਕਿਸੇ ਤੋਂ ਨਹੀਂ ਹੈ, ਸਗੋਂ ਇੱਥੇ ਜਿਹੜਾ ਭਾਵ ਹੈ, ਇੱਥੇ ਪਰਮ ਪਿਤਾ ਪਰਮੇਸ਼ਰ ਦੀ ਯਾਦ ਵਿੱਚ ਹੈ। ਜੇ ਤਪੀਆਂ ਦੀ ਗੱਲ ਵੈਸੇ ਕਰੀਏ ਤਾਂ ਅਰਦਾਸ ਨੇ ਤਾਂ ਤਪੀਆਂ ਨੂੰ ਪ੍ਰਵਾਨ ਹੀ ਨਹੀਂ ਕੀਤਾ। ਜੇ ਅਸੀਂ ਪੜ੍ਹਦੇ ਹਾਂ ਬਾਬਾ ਫਰੀਦ ਜੀ ਦੇ ਸਲੋਕ ਪੜ੍ਹ ਕੇ ਦੇਖ ਲਓ, ਉਹਦੇ ਤਾਂ ਕਹਿੰਦਾ ਤਨ ਨਾ ਤਪਾਏ ਤਨੂਰ ਜਿਉ, ਬਾਲਨ ਹੱਡ ਨਾ ਬਾਲ, ਸਿਰੀ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਸਮਾਲ। ਉੱਥੇ ਤੇ ਇਹ ਵੀ ਗੱਲ ਆਉਂਦੀ ਹੈ। ਸਿੱਖ ਧਰਮ ਵਿੱਚ ਰਸਨਾ ਨਾਲ ਵਾਹਿਗੁਰੂ ਨੂੰ ਯਾਦ ਕਰਨ ਦਾ ਮਹੱਤਵ ਹੈ। ਮਨ ਤੇ ਸਰੀਰ ਦੀ ਸ਼ੁੱਧੀ ਨੂੰ ਵਾਹਿਗੁਰੂ ਦੇ ਨਾਮ ਨਾਲ ਹੀ ਹੋ ਸਕਦੀ ਹੈ। ਮਨ ਤੇ ਸਰੀਰ ਦੀ ਸ਼ੁੱਧੀ ਵਾਹਿਗੁਰੂ ਦੇ ਨਾਮ ਨਾਲ ਹੁੰਦੀ ਹੈ। ਜਾਂ ਨਾਮ ਜਪਣ ਨਾਲ ਵਾਹਿਗੁਰੂ ਦੀ ਯਾਦ ਨਾਲ ਮਨੁੱਖ ਕਰਮ ਕਾਂਡਾਂ ਤੋਂ ਉੱਪਰ ਉੱਠ ਜਾਂਦਾ ਹੈ। ਫਿਰ ਉਹਦੇ ਲਈ ਹਰ ਤਨ ਜਾਪ, ਹਰ ਤਨ ਤਾਪ, ਹਰ ਤਨ ਭੋਜਨ ਪਾਇਆ, ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ। ਇਹ ਉਹਨਾਂ ਜਪੀਆਂ ਦੀ ਗੱਲ ਕੀਤੀ ਜਿਹੜੇ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਇਹ ਤਪ ਹੈ, ਗੁਰਮਤਿ ਦਾ ਤਪ ਇਹ ਹੈ। ਇੱਥੇ ਦਮ ਸਵਾ ਸਮਾਲ ਦਾ ਦਮ ਨਾ ਬਿਰਥਾ ਜਾਏ ਦੀ ਕਹਾਣੀ ਹੈ। ਇਹ ਤਪੀ ਹੈ, ਇਹਨੂੰ ਤਪ ਗੁਰਮਤਿ ਨੇ ਕਿਹਾ ਗਿਆ ਹੈ। ਗੁਰਮਤਿ ਨੇ ਜਪ ਤਪ ਦੀ ਉਹ ਪਰਿਭਾਸ਼ਾ ਨਹੀਂ ਦਿੱਤੀ ਜਿਹੜੇ ਜਪ ਤਪ ਦੀ ਅਸੀਂ ਸਾਡੇ ਦਿਮਾਗ ਦੇ ਵਿੱਚ ਉਹ ਇੱਕ ਨਕਸ਼ਾ ਜਿਹਾ ਖਿੱਚ ਲੈਂਦੇ ਹਾਂ, ਅਸੀਂ ਨਕਸ਼ਾ ਜਿਹਾ ਬਣਾ ਲੈਂਦੇ ਹਾਂ। ਤਾਂ ਉਹ ਪ੍ਰਾਣੀ ਜਿਨ੍ਹਾਂ ਨੇ
ਆਪਣੇ ਵਾਹਿਗੁਰੂ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਿਆ, ਸਿਦਕ ਵਿੱਚ ਪੂਰੇ ਉਤਰੇ, ਜਿਨ੍ਹਾਂ ਨੇ ਗੁਰੂ ਦੀ ਕੀਤੀ ਹੋਈ ਕਾਰ ਨੂੰ ਕਮਾਇਆ, ਰਸਨਾ ਤੇ ਹਰ ਵੇਲੇ ਵਾਹਿਗੁਰੂ ਨੂੰ ਯਾਦ ਰੱਖਿਆ। ਤਪੀ ਦੇ ਵੈਸੇ ਸ਼ਬਦੀ ਅਰਥ ਜਿਹੜੇ ਅਸੀਂ ਕਰਦੇ ਹਾਂ, ਅੱਗ ਵੀ ਤਪਾਉਣਾ ਹੈ। ਸੰਕੇਤਕ ਅਰਥ ਦੇ ਹੁੰਦੇ ਹਨ ਸਰੀਰ ਨੂੰ ਕਸ਼ਟਾਂ ਦੀ ਅੱਗ ਵਿੱਚ ਸਾੜਨਾ। ਸੂਫੀਆਂ ਦੀ ਜਿਹੜੀ ਸ਼ਬਦਾਵਲੀ ਆ ਉਹਦੇ ਚ ਇਹਨੂੰ ਰਿਆਜ਼ਤ ਆਖਦੇ ਹਨ। ਰਿਆਜ਼ਤ ਸੂਫੀਆਂ ਦੀ ਸ਼ਬਦਾਵਲੀ ਵਿੱਚ ਉਹਨੂੰ ਰਿਆਜ਼ਤ ਦਾ ਨਾਮ ਦਿੱਤਾ ਜਾਂਦਾ ਹੈ। ਜਪ ਤਪ ਕਰਮ ਸਾਧਨਾ ਨਾਲ ਆਸ ਕੀਤੀ ਜਾਂਦੀ ਹੈ ਕਿ ਇਹਨਾਂ ਰਾਹੀਂ ਆਪਾਂ ਨਿਵਾਰਨ ਦੀ ਮਦਦ ਮਿਲਦੀ ਹੈ, ਮਨ ਪਵਿੱਤਰ ਹੋ ਜਾਂਦਾ ਹੈ। ਇਹ ਆਮ ਤੌਰ ਤੇ ਜਿਹੜੀ ਉਹਨਾਂ ਦੀ ਸ਼ਬਦਾਵਲੀ ਚ ਗੱਲ ਕੀਤੀ ਜਾਂਦੀ ਹੈ। ਕਈ ਜਪ, ਕਈ ਤਪ, ਕਈ ਜਿਹੜੇ ਹਨ ਉਹ ਜਿਹੜੇ ਸਮਾਜ ਵਿੱਚ ਹੁੰਦੇ ਸਨ, ਪਰ ਗੁਰਮਤ ਦੇ ਜਿਹੜਾ ਜਪ ਹੈ ਸਤਿਗੁਰੂ ਪਾਤਸ਼ਾਹ ਜੀ ਦਾ, ਉਹ ਹੈ ਜਿਹੜਾ ਤੱਤੀ ਤਵੀ ਤੇ ਬੈਠ ਕੇ ਤੇਰਾ ਕੀਆ ਮਿੱਠਾ ਲਾਗੇ ਦੀ ਸੁਰ ਅਲਾਪਣਾ। ਗੁਰਮਤ ਦਾ ਇਹ ਤਪ ਹੈ। ਦੋ ਹੀ ਵੱਡੇ ਤਪ ਗੁਰਮਤ ਦੇ ਸਾਧਨ ਪ੍ਰਵਾਨ ਹਨ, ਇੱਕ ਰਜ਼ਾ ਤੇ ਦੂਸਰਾ ਸੇਵਾ। ਰਜ਼ਾ ਵਿੱਚ ਰਹਿਣ ਵਾਲੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ ਅਤੇ ਦੁੱਖ ਸੁੱਖ ਦੀ ਮਾਰ ਨੂੰ ਵੀ ਮਾਲਕ ਦੀ ਦਾਤ ਕਰਕੇ ਜਾਣਦੇ ਹਨ। ਭੁੱਖ ਵਿੱਚੋਂ ਰੱਜ ਪ੍ਰਾਪਤ ਕਰਦੇ ਹਨ, ਦੁੱਖ ਵਿੱਚੋਂ ਸੁੱਖ ਤੇ ਸੁੱਖ ਵਿੱਚੋਂ ਵੀ ਉਹ ਪਰਮੇਸ਼ਰ ਦਾ ਸਦਕਾ ਪ੍ਰਮਾਨ ਜਾਂਦੇ ਰਹਿੰਦੇ ਹਨ। ਇਹ ਕਹਿੰਦੇ ਨੇ, ਜੇ ਭੁੱਖ ਦੇ ਤਾਂ ਇਤੇ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਦੁੱਖ ਨਹੀਂ ਸਭ ਸੁਖੀ ਹੈ ਰੇ, ਇੱਕ ਹੈ ਇੱਕ ਹੀ ਨਿਤੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੀਤੇ। ਗੁਰਮਤਿ ਵਿੱਚ ਦੂਸਰਾ ਤਪ ਸੇਵਾ ਦਾ ਹੈ। ਗੁਰੂ ਅਮਰਦਾਸ ਮਹਾਰਾਜ ਦੇ ਅਸੀਂ ਜੇ ਸੇਵਾ ਨੂੰ ਦੇਖਦੇ ਹਾਂ, ਉਹ ਵੀ ਤਪ ਹੈ। ਕਿਹੜਾ? ਘਾਲਣਾ। ਜਦੋਂ ਇਹ ਘਾਲਣਾ ਘਾਲੀ, ਫਿਰ ਨਥਾਮਿਆਂ ਦੇ ਥਾਮ ਬਣ ਗਏ, ਨਿਤਾਣਿਆਂ ਦੇ ਤਾਣ ਬਣ ਗਏ, ਲੋਟਿਆਂ ਦੀ ਓਟ ਬਣ ਗਏ। ਇਹ ਭਾਈ ਮੱਝ ਦਾ ਹੈ, ਗੁਰੂ ਕਾ ਬੋਇਥਾ ਬਣ ਗਿਆ। ਇਹ ਵਿਧੀ ਚੰਦ ਸੀਨਾ, ਗੁਰੂ ਕਾ ਸੀਨਾ ਬਣ ਗਿਆ। ਡਾਕੂ ਸੀ, ਸੀਨਾ ਬਣ ਗਿਆ। ਇਹ ਘਾਲਣਾ ਹੈ। ਸੇਵਾ ਨੂੰ ਤਪਾ ਸਿਰ ਤਪ ਕਹਿ ਕੇ ਗੁਰਮਤਿ ਨੇ ਪ੍ਰਵਾਨ ਕੀਤਾ ਹੈ। ਤਪਾ ਸਿਰ ਤਪ, ਗੁਰ ਸੇਵਾ ਤਪਾ ਸਿਰ ਤਪ ਸਾਰ। ਜਿਹੜਾ ਗੁਰੂ ਦੀ ਸੇਵਾ ਹੈ ਉਹ ਸਭ ਤੋਂ ਵੱਡਾ ਤਪ ਹੈ, ਜਿਹੜੀ ਗੁਰੂ ਦੀ ਸੇਵਾ ਹੈ। ਇੱਥੇ ਉਸ ਸੇਵਾ ਦੀ ਗੱਲ ਕੀਤੀ ਗਈ ਹੈ, ਨਾ ਕਿ ਦੂਜੇ ਤਪਾਂ ਦੀ ਗੱਲ ਕੀਤੀ ਗਈ ਹੈ। ਸਬਰ ਸੰਤੋਖ ਨਾਲ ਰਹਿਣਾ, ਉੱਤਮ ਕਿਰਤ ਕਰਨੀ, ਭਾਵ ਧਰਮ ਦੀ ਕਮਾਈ ਕਰਨੀ, ਸੰਜਮੀ ਸੁਭਾਅ ਨਾਲ ਜਿਉਣਾ, ਵਾਹਿਗੁਰੂ ਦੇ ਧਿਆਨ ਵਿੱਚ ਮਗਨ ਰਹਿਣਾ। ਸਿੱਖੀ ਵਿੱਚ ਇਹ ਤਪੱਸਿਆ ਦੇ ਇਹ ਅੰਗ ਹਨ। ਤੇ ਜੇ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ, ਉੱਥੋਂ ਇਹ ਗੱਲ ਸਾਨੂੰ ਸਮਝ ਆ ਜਾਏਗੀ। ਜਿਹੜੀ ਸੇਵ ਕੀਤੀ ਸੰਤੋਖੀ, ਜਿਹਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹਨੀ ਦੁਨੀਆ ਤੋੜੇ ਬੰਧਣਾ, ਅਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੇਂ ਚੜੇ ਸਬਾਇਆ, ਵਡਿਆਈ ਵੱਡਾ ਪਾਇਆ। ਇਹ ਹੈ ਤਪ ਦੀ ਗੱਲ। ਇਹ ਤਾਂ ਅਲਪਹਾਰ ਸੁਲਭ ਸੀ ਨਿੰਦਰਾ ਵਾਲਾ ਫਾਰਮੂਲਾ ਹੈ ਜਿਹੜਾ ਗੁਰਮਤਿ ਨੇ ਹੈ। ਸੇਵਾ ਦਾ ਤੇ ਰਜ਼ਾ ਦਾ ਆਪਸ ਵਿੱਚ ਬੜਾ ਡੂੰਘਾ ਸੰਬੰਧ ਹੈ। ਦੋਨੇ ਰੱਬੀ ਮਿਲਾਪ ਦੇ ਸਾਧਨਾਂ ਦੇ ਪ੍ਰਮੁੱਖ ਸਾਧਨ ਹਨ। ਉਦਮ ਤੋਂ ਬਿਨਾਂ ਕੋਈ ਤਪ ਨਹੀਂ ਹੋ ਸਕਦਾ। ਸੋ ਉਦਮ ਆਪਣੇ ਆਪ ਵਿੱਚ ਇੱਕ ਤਰ੍ਹਾਂ ਦੀ ਤਪੱਸਿਆ ਹੈ। ਸਵੇਰੇ ਉੱਠਣਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਗੁਰੂ ਦੀ ਯਾਦ ਵਿੱਚ ਜੁੜਨਾ, ਇਹ ਵੀ ਇੱਕ ਤਪ ਹੈ, ਇਹ ਤਪੱਸਿਆ ਹੈ। ਸਾਡੇ ਲਈ ਇਹ ਹੀ ਤਪੀ ਹੈ ਜਿਨ੍ਹਾਂ ਨੇ ਜੀਵਨ ਨੂੰ ਕਮਾਇਆ ਹੈ, ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸਾਂਭਿਆ ਹੈ, ਜਿਨ੍ਹਾਂ ਨੇ ਬਾਣੀ ਦਾ ਅਭਿਆਸ ਕੀਤਾ ਹੈ। ਭਾਈ ਮਰਦਾਨੇ ਨੇ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਤੁਹਾਨੂੰ ਸਿਮਰਨ ਦੀ ਕੀ ਲੋੜ ਹੈ? ਵੀ ਤੁਸੀਂ ਤਾਂ ਪ੍ਰਮਾਤਮਾ ਦਾ ਰੂਪ ਹੋ, ਅਕਾਲ ਦਾ ਰੂਪ ਹੋ, ਤੁਸੀਂ ਵਾਹਿਗੁਰੂ ਦੀ ਯਾਦ ਕਿਉਂ ਕਰਦੇ ਹੋ? ਤੇ ਗੁਰੂ ਸਾਹਿਬ ਦਾ ਜਵਾਬ ਸੀ, ਮਰਦਾਨਿਆ, ਅਸੀਂ ਜੋਗੀਆਂ ਵਾਲਾ ਤਪ ਨਹੀਂ ਕਰਦੇ। ਸਾਡਾ ਤਪ ਤਾਂ ਰੱਬ ਦੀਆਂ ਬਖਸ਼ਿਸ਼ਾਂ ਪਰਪੱਕ ਕਰਨ ਲਈ ਹੈ। ਤੇ ਸਾਡੀ ਜਿਹੜੀ ਯਾਦ ਆ ਰੱਬ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਪਰਪੱਕ ਕਰਨ ਲਈ ਹੈ। ਜਦੋਂ ਉਸ ਦੀਆਂ ਬਖਸ਼ਿਸ਼ਾਂ ਨਹੀਂ ਮੁੱਕਦੀਆਂ ਤੇ ਸਾਡੀ ਯਾਦ, ਸਾਡੇ ਅੰਦਰੋਂ ਇਹ ਤਪ ਕਿਵੇਂ ਮੁੱਕ ਜਾਏ? ਸਾਡੀ ਇਹ ਤਪੱਸਿਆ ਕਿਵੇਂ ਖਤਮ ਹੋ ਜਾਏ? ਬੜੀ ਕਮਾਲ ਦੀ ਗੱਲ ਹੈ। ਵੀ ਰੱਬੀ ਬਖਸ਼ਿਸ਼ਾਂ ਕਦੀ ਖਤਮ ਨਹੀਂ ਹੁੰਦੀਆਂ, ਤੇ ਭਲਿਆ ਤੂੰ ਉਹਦੇ ਆਪਣੇ ਮਨ ਵਿੱਚ ਉਹਦੀ ਯਾਦ ਕਿਉਂ ਖਤਮ ਕਰਕੇ ਬੈਠਾ ਹੈ? ਇਹ ਤਪ ਹੈ ਗੁਰਮਤਿ ਦਾ। ਭਾਣੇ ਵਿੱਚ ਰਹਿੰਦਿਆਂ ਸਬਰ ਤੇ ਸੰਤੋਖ ਨਾਲ ਸੇਵਾ ਹੀ ਤਪ ਹੈ। ਸਾਡੇ ਤਪੀ ਹਨ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ
ਯਾਦ ਕਰਦੇ ਹਾਂ, ਜਿਨ੍ਹਾਂ ਨੇ ਭਾਣੇ ਤੇ ਸਬਰ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਗੁਰੂ ਤੋਂ ਕੁਰਬਾਨ ਕੀਤਾ ਹੈ। ਹਠੀ ਲਫ਼ਜ਼ ਹੈ, ਇਹਦਾ ਸ਼ਬਦਾਵਲੀ ਜਿਹੜੀ ਹੈ, ਇਹਦੇ ਸ਼ਬਦੀ ਅਰਥ ਹਨ ਜੋ ਆਪਣੀ ਥਾਂ ਤੋਂ ਹਿਲਦਾ ਨਹੀਂ, ਹੱਠ ਕਰਕੇ ਬੈਠੇ, ਉੱਥੇ ਡਟਿਆ ਰਹਿੰਦਾ। ਤਾਂ ਇੱਥੇ ਸਾਡੇ ਗੁਰਮਤਿ ਵਿੱਚ ਅਟਲ ਤੇ ਦ੍ਰਿੜਤਾ ਵਾਲੇ ਇਰਾਦੇ ਨੂੰ ਹੱਠ ਕਿਹਾ ਗਿਆ ਹੈ। ਕਈ ਇਸ ਤਰ੍ਹਾਂ ਦੇ ਵੀ ਹਠੀ ਹਨ ਜੋ ਆਪਣੇ ਇਰਾਦੇ ਦੇ ਵਿਅਰਥ ਹੀ ਸਿੱਧ ਹੋ ਜਾਣ ਦੇ ਮਗਰੋਂ ਵੀ ਆਪਣੀ ਜਿੱਤ ਤੇ ਅੜੇ ਰਹਿੰਦੇ ਹਨ। ਉਹ ਹਕੀਕਤ ਦਿਸਣ ਤੋਂ ਵੀ ਹੱਠ ਨਹੀਂ ਛੱਡਦੇ। ਤੇ ਜਿਵੇਂ ਰਾਵਣ ਦਾ ਜਾਂ ਹੋਰ ਤੇ ਜ਼ਿਕਰ ਆਉਂਦਾ, ਮੈਂ ਉਹਨਾਂ ਦਾ ਉਧਰਲੇ ਪਾਸੇ ਜ਼ਿਆਦਾ ਨਾ ਜਾਵਾਂ। ਸਰ, ਮੈਂ ਇੰਨੀ ਗੱਲ ਕਰਨੀ ਚਾਹੁੰਦਾ ਹਾਂ ਵੀ ਐਸੇ ਹਠੀ ਜਿਹੜੇ ਗੁਰਮਤਿ ਦੇ ਹਠੀ ਹਨ, ਉਹ ਉਹਨਾਂ ਨਾਲ ਮੇਲ ਨਹੀਂ ਖਾਂਦੇ। ਕਈਆਂ ਨੂੰ ਕੋਈ ਹੱਠ ਹੈ, ਕਈਆਂ ਨੂੰ ਕੋਈ ਹੱਠ ਹੈ। ਸਿੱਖੀ ਵਿਚਾਰਧਾਰਾ ਵਿੱਚ ਜਿਹੜਾ ਸਿਰੜ ਹੈ, ਉਹ ਸਿਰੜ ਤੇ ਕਾਇਮ ਰਹਿਣਾ, ਉਹਨੂੰ ਹੱਠ ਕਿਹਾ ਗਿਆ ਹੈ। ਜਿਹੜੇ ਆਪਣੇ ਆਦੇਸ਼ਾਂ ਤੋਂ ਨਹੀਂ ਟਲਦੇ, ਆਦਰਸ਼ ਤੋਂ ਪਿੱਛੇ ਨਹੀਂ ਹਟਦੇ, ਜਿਹੜੇ ਸੱਚ ਤੇ ਨਿਆਂ ਦੇ ਉੱਤੇ ਪਹਿਰਾ ਦਿੰਦੇ ਹਨ, ਜਿਹੜੇ ਸੱਚ ਤੇ ਨਿਆਂ ਲਈ ਆਪਣਾ ਆਪ ਨੂੰ ਕੁਰਬਾਨ ਕਰ ਜਾਂਦੇ ਹਨ, ਗੁਰਮਤਿ ਉਹਨਾਂ ਨੂੰ ਹਠੀ ਦਾ ਦਰਜਾ ਦਿੱਤਾ ਗਿਆ ਹੈ। ਜਪੀਆਂ ਤਪੀਆਂ ਹਟੀਆਂ ਜਦੋਂ ਅਸੀਂ ਗੱਲ ਕਰਦੇ ਹਾਂ, ਜਿਹੜੇ ਸਿਰਦੀਜੇ ਕਾਰ ਨਾ ਕੀਜੇ ਵਾਲਾ ਹੱਠ ਜਿਨ੍ਹਾਂ ਦੇ ਅੰਦਰ ਹੈ, ਜਿਹੜਾ ਦੇ ਉਰ ਨਾ ਭੀਜੇ ਪੱਗ ਨਾ ਖੀਸੇ ਵਾਲਾ ਹੱਠ ਜਿਨ੍ਹਾਂ ਦੇ ਅੰਦਰ ਹੈ, ਜਿਹਦੇ ਅੰਦਰ ਦਰਸ਼ਨ ਕੀ ਚਾਉਦ ਬਣੀ ਹੋਈ ਹੈ, ਜਿਨ੍ਹਾਂ ਦੇ ਉਡੀਨੀ 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 ਕਬ ਕਰ ਆਵੇਰੀ, ਜਿਨ੍ਹਾਂ ਦੇ ਅੰਦਰ ਇਹ ਤਾਂਘ ਬਣ ਗਈ ਹੈ, ਇਹ ਹੱਠ ਹੈ। ਜਿਹੜੇ ਬਚਨ ਦੇ ਸੂਰਮੇ ਹਨ, ਇਹ ਹੱਠ ਹੈ। ਜਿਹੜੇ ਬਿਰਦ ਬਾਣੀ ਦੀ ਪੈਜ ਵਾਲਾ ਹੱਠ ਹੈ, ਗੁਰਮਤਿ ਦਾ ਜਿਹੜਾ ਹੱਠ ਹੈ। ਗੁਰਮਤਿ ਦਾ ਹੱਠ ਉਹ ਹੱਠ ਨਹੀਂ ਹੈ ਜਿਹੜਾ ਹੱਠ ਦੂਜੇ ਮਤਾਂ ਵਿੱਚ ਦੱਸਿਆ ਗਿਆ। ਗੁਰਮਤਿ ਦਾ ਹੱਠ ਵਾਹਿਗੁਰੂ ਜੀ ਦੀ ਫਤਿਹ ਦਾ ਹੱਠ ਹੈ, ਵੀ ਇੱਥੇ ਵਾਹਿਗੁਰੂ ਜੀ ਫਤਿਹ ਵਾਲਾ ਹੱਠ ਹੈ। ਜਿਹੜੀ ਗੁਰਮਤਿ ਦੇ ਹੱਠ ਦੀ ਗੱਲ ਕੀਤੀ ਗਈ ਹੈ, ਉਹ ਹੱਠ ਨੂੰ ਅਰਦਾਸ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਨਿਰਭਉ ਹੋ ਕੇ, ਨਿਰਭੈ ਹੋ ਕੇ, ਨਿਰਲੋਭ ਹੋ ਕੇ ਅਡੂਲਤਾ ਵਿੱਚ ਵਿਚਰਦੇ ਰਹੇ। ਐਸੇ ਹੱਠੀ ਗੁਰਮਤਿ ਦੇ ਵਿੱਚ ਪ੍ਰਵਾਨ ਕੀਤੇ ਹਨ, ਉਹਨਾਂ ਨੂੰ ਹੱਠੀ ਕਿਹਾ ਗਿਆ। ਉਹ ਧਰਮ ਹੱਠੀ ਹਨ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਨਿਤ ਸ਼ਰਧਾ ਤੇ ਸਤਿਕਾਰ ਤੇ ਪਿਆਰ ਦੇ ਨਾਲ ਰੋਜ਼ ਨਮਸਕਾਰ ਕਰਦੇ ਹਾਂ ਜਾਂ ਅਭਿਨੰਦਨ ਕਰਦੇ ਹਾਂ। ਉਹਨਾਂ ਨੂੰ ਇਹ ਗੱਲ ਕੀਤੀ ਗਈ। ਜਿਨ੍ਹਾਂ ਨਾਮ ਜਪਿਆ, ਨਾਮ ਪਦ ਸੰਸਕ੍ਰਿਤ ਦਾ ਨਾਮਨ ਦਾ ਪੰਜਾਬੀ ਰੂਪ ਹੈ, ਜਿਸ ਦਾ ਅਰਥ ਅਭਿਆਸ ਹੈ। ਸੰਸਕ੍ਰਿਤ ਦੇ ਜੋ ਸ਼ਬਦਾਂ ਦਾ ਅਰਥ ਅਭਿਆਸ ਹੈ। ਸੋ ਨਾਮ ਜਿਸ ਦਾ ਅਭਿਆਸ ਕੀਤਾ ਜਾਵੇ। ਗੁਰਮਤਿ ਵਿੱਚ ਨਾਮ ਪਰਮੇਸ਼ਰ ਦੀ ਯਾਦ ਤੇ ਇਸੇ ਦਾ ਅਭਿਆਸ ਦਾ ਹੀ ਉਦੇਸ਼ ਹੈ। ਕਿਉਂ? ਗੁਰਮਤਿ ਵਿੱਚ ਹੋਰ ਕਿਸੇ ਦੀ ਬੰਦਗੀ ਜਾਂ ਹੋਰ ਕਿਸੇ ਦੀ ਪੂਜਾ ਜਿਹੜੀ ਹੈ ਉਹ ਪ੍ਰਵਾਨ ਨਹੀਂ ਕੀਤੀ ਗਈ। ਗੁਰਮਤਿ ਵਿੱਚ ਕੇਵਲ ਤਾਂ ਕੇਵਲ ਪਰਮੇਸ਼ਰ ਦੀ ਪੂਜਾ ਦਾ ਵਿਧਾਨ ਹੀ ਜਿਹੜਾ ਹੈ ਉਹ ਦੱਸਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਦਾ ਪ੍ਰਕਾਸ਼ ਹੈ, ਨਾਮ ਦੀ ਗੱਲ ਕੀਤੀ ਗਈ ਹੈ। ਗੁਰੂ ਸਾਹਿਬਾਂ ਤੋਂ ਛੋਟੇ ਭਗਤਾਂ, ਗੁਰਸਿੱਖਾਂ ਦੀ, ਭੱਟਾਂ ਦੀ ਬਾਣੀ ਵੀ ਚਾੜੀ ਗਈ ਹੈ। ਜਿਨ੍ਹਾਂ ਨੇ ਉਹਦੀ ਮਹਿਮਾ ਗਾਈ, ਜਿਨ੍ਹਾਂ ਨੇ ਉਹਦੀ ਵਡਿਆਈ ਗਾਈ, ਉਹਨਾਂ ਨੂੰ ਪ੍ਰਵਾਨ ਕਰ ਲਿਆ ਗਿਆ। ਪਰ ਜਿਹੜੇ ਪੀਲੂ ਵਰਗੇ, ਕਾਨੇ ਵਰਗੇ, ਸ਼ਾਹ ਹੁਸੈਨ ਵਰਗੇ, ਜਿਨ੍ਹਾਂ ਦੀਆਂ ਰਚਨਾ ਦਾ ਕੋਈ ਆਧਾਰ ਹੀ ਨਹੀਂ ਸੀ, ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਦੀ ਰਚਨਾ ਨੂੰ ਪ੍ਰਵਾਨ ਹੀ ਨਹੀਂ ਕੀਤਾ। ਤਾਂ ਗੁਰੂ ਪਾਤਸ਼ਾਹ, ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਹ ਦੇਣ ਸਾਨੂੰ ਹੈ, ਇਹ ਇੱਕ ਮਹਾਨ ਦੇਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿੱਥੇ ਨਾਮ ਦੀ ਗੱਲ ਕੀਤੀ ਗਈ ਹੈ। ਨਾਮ ਕੀ ਹੈ? ਨਾਮ ਕੀ ਹੈ? ਚਿੰਤਨ, ਯਾਦ। ਨਾਮ ਕੋਈ ਸ਼ਬਦ ਤੋਤਾ ਰਟਣੀ ਨਹੀਂ ਹੈ। ਜਿਹਨਾਂ ਨਾਮ ਜਪਿਆ ਦਾ ਮਤਲਬ ਜ਼ਿੰਦਗੀ ਤੇਰੇ ਯਾਦ ਵਿੱਚ ਬਿਤਾ ਦਿੱਤੀ, ਜੀਵਨ ਤੇਰੀ ਯਾਦ ਵਿੱਚ ਬੀਤ ਗਿਆ। ਤਾਂ ਇੱਥੇ ਸਾਚਾ ਨਾਮ ਮੇਰਾ ਆਧਾਰੋਂ ਦੀ ਗੱਲ ਕੀਤੀ ਗਈ ਹੈ। ਇੱਥੇ ਸਵਾਸ ਨਾਮ ਜਪਣ ਦੀ ਗੱਲ ਕੀਤੀ ਗਈ ਹੈ। ਪਰ ਇਹ ਅਭਿਆਸ ਕਦੋਂ ਬਣਦਾ ਹੈ? ਜੇ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਹਦੇ ਵੇਲੇ ਗੱਲ ਕਰਾਂਗੇ। ਜਦੋਂ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਅੰਦਰ ਸੁਣੀ ਪੁਕਾਰ। ਜਦੋਂ ਗੁਰਸਿੱਖ ਰੂਪਾ ਬਬੀਹੀ ਅੰਮ੍ਰਿਤ ਵੇਲੇ ਉੱਠ ਕੇ ਬੋਲਦਾ, ਪਰਮੇਸ਼ਰ ਉਹਦੀ ਪੁਕਾਰ ਨੂੰ ਸੁਣਦਾ ਹੈ, ਗੁਰੂ ਨੂੰ ਹੁਕਮ ਕਰਦਾ ਹੈ। ਗੁਰੂ ਮੇਘੇ ਨੂੰ ਫਰਮਾਨ ਹੋਆ, ਬਰਸੋ ਕਿਰਪਾ ਧਾਰ, ਜਾਓ ਇਹਦੇ ਹਿਰਦੇ ਨੂੰ ਸ਼ਾਂਤ ਕਰੋ, ਠੰਡਾ ਕਰੋ। ਇਹ ਹੈ ਨਾਮ। ਇੱਥੇ ਇਸ ਨਾਮ ਦੀ ਗੱਲ ਕੀਤੀ ਗਈ ਹੈ, ਇੱਥੇ ਹੋਰ ਨਾਮ ਦੀ ਗੱਲ ਨਹੀਂ ਕੀਤੀ ਗਈ। ਗੁਰਮਤਿ ਨੇ ਵਿੱਚ ਜਿਹੜਾ ਅਰਦਾਸ ਵਿੱਚ
ਜਿਹੜਾ ਨਾਮ ਦੀ ਗੱਲ ਕੀਤੀ ਹੈ, ਜਿਨ੍ਹਾਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਭਾਵ ਵਾਹਿਗੁਰੂ ਦੀ ਯਾਦ ਵਿੱਚ ਸਦੀਵੀ ਤੌਰ ਦੇ ਉੱਤੇ ਜੁੜੇ ਰਹੇ। ਤੋ ਉਹਨਾਂ ਜੁੜਿਆਂ ਨੂੰ, ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਉਹਦੀ ਯਾਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਉਹਨਾਂ ਦੀ ਮਿਹਨਤ, ਉਹਨਾਂ ਦੀ ਮੁਸ਼ੱਕਤ, ਉਹਨਾਂ ਦੀ ਘਾਲਣਾ ਪ੍ਰਵਾਨ ਹੋਈ। ਮਾਲਕ ਦੀ ਦਰਗਾਹ ਵਿੱਚ ਉਹ ਉਜਲੇ ਮੁਖ ਨਾਲ ਜਾਂਦੇ ਹਨ। ਆਪ ਹੀ ਮੁਕਤ ਨਹੀਂ ਹੁੰਦੇ, ਅਜਿਹੇ ਪਰਉਪਕਾਰੀ ਹੋਰਨਾਂ ਲੋਕਾਂ ਨੂੰ ਵੀ ਮੁਕਤ ਕਰਾਉਣ ਦਾ ਮਾਰਗ ਦੱਸਦੇ ਹਨ। ਉਹਦੇ ਲਈ ਅਸੀਂ ਕਹਿੰਦੇ ਹਾਂ, ਜਿਨੀ ਨਾਮ ਤੇ ਆਇਆ ਗੇ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤਾਂ ਇਹਨਾਂ ਨਾਮ ਜਪਣ ਵਾਲੇ ਜਿਹੜੇ ਹਨ, ਉਹਨਾਂ ਨੂੰ ਅਰਦਾਸ ਵਿੱਚ ਅਸੀਂ ਰੋਜ਼ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਅਰਦਾਸ ਵਿੱਚ ਅਸੀਂ ਕਹਿੰਦੇ ਹਾਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਧਰਮ ਚਲਾਇਆ, ਉਹ ਧਰਮ ਦੇ 3 ਅਸੂਲ ਸਨ: ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ। 3 ਅਸੂਲ ਜਿਹੜੇ ਸਨ, ਬਾਬੇ ਨੇ ਇਹ ਸਾਡੇ ਸਾਹਮਣੇ ਰੱਖੇ। ਪੁਰਾਤਨ ਜਨਮ ਸਾਖੀ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ। ਸਤਿਗੁਰਾਂ ਨੇ ਅਸਲ ਵਿੱਚ ਸਾਡੀ ਨੈਤਿਕਤਾ ਤੇ ਸਾਡੀ ਸੰਸਾਰਿਕ ਜ਼ਿੰਦਗੀ ਨੂੰ ਬੜਾ ਹੀ ਸਮਤੋਲ ਜਿਹਾ ਜੀਵਨ ਜਿਹਾ ਬਖਸ਼ਿਸ਼ ਕੀਤਾ ਹੈ। ਜੇ ਸਿੱਖ ਧਰਮ ਦੀ ਅਸੀਂ ਗੱਲ ਕਰਦੇ ਹਾਂ, ਬੜਾ ਹੀ ਬੈਲੈਂਸਡ ਲਾਈਫ ਜਿਹੜੀ ਦਿੱਤੀ ਹੈ ਗੁਰੂ ਪਾਤਸ਼ਾਹ ਨੇ। ਸੰਸਾਰ ਛੱਡਣ ਦੀ ਗੱਲ ਨਹੀਂ ਕੀਤੀ, ਸੰਸਾਰ ਵਿੱਚ ਖਚਤ ਹੋਣ ਦੀ ਗੱਲ ਨਹੀਂ ਕੀਤੀ, ਨਿਰਲੇਪਤਾ ਦੀ ਗੱਲ ਕੀਤੀ, ਪਰ ਸੰਸਾਰ ਵਿੱਚ ਰਹਿ ਕੇ ਨਿਰਲੇਪਤਾ ਦੀ ਗੱਲ ਕੀਤੀ। ਉਦਮ ਕਰਿੰਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਜ ਦੀ ਗੱਲ ਕੀਤੀ। ਇੱਥੇ ਕੰਨ ਪਾਟੇ ਜੋਗੀਆਂ ਵਾਂਗੂ ਵੇਲਣਾ ਦਾ ਧਰਮ ਨਹੀਂ ਹੈ। ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾ ਕੇ ਛੁਪਣ ਵਾਲਿਆਂ ਦਾ ਧਰਮ ਨਹੀਂ ਹੈ। ਜੰਗਲਾਂ ਦੇ ਪੱਤਿਆਂ ਨੂੰ ਖਾ ਕੇ ਜੀਵਨ ਨਿਰਵਾਹ ਕਰਨ ਵਾਲਿਆਂ ਦਾ ਧਰਮ ਨਹੀਂ ਹੈ। ਇਹਦੇ 3 ਉਪਦੇਸ਼ ਰੱਖੇ ਗੁਰੂ ਪਾਤਸ਼ਾਹ ਨੇ: ਕਿਰਤੀ ਬਣ, ਵਾਹਿਗੁਰੂ ਦੀ ਯਾਦ ਰੱਖ, ਤੇ ਆਪਣੀ ਕਿਰਤ ਵਿੱਚ ਵੰਡ ਕੇ ਛਕ। 3 ਚੀਜ਼ਾਂ ਗੁਰੂ ਪਾਤਸ਼ਾਹ ਨੇ ਦਿੱਤੀਆਂ। ਉਹਦੇ 'ਚ ਨਾਮ ਦੀ ਵੀ ਵੰਡ ਕੀਤੀ ਗਈ। ਵੰਡ ਛਕਣ ਵਿੱਚ ਕੇਵਲ ਪੈਸੇ ਧਨ ਦੌਲਤ ਨਹੀਂ ਹੈ। ਵੰਡ ਛਕਣ ਵਿੱਚ ਵਾਹਿਗੁਰੂ ਦੀ ਯਾਦ, ਨਾਮ ਨੂੰ ਵੀ ਵੰਡਣ ਦੀ ਗੱਲ ਕੀਤੀ ਗਈ। ਜੋ ਆਪ ਜਪੇ ਅਵਰੇ ਨਾਮ ਜਪਾਵੇ ਦੀ ਗੱਲ ਕੀਤੀ ਗਈ। ਵੰਡ ਛਕਣ ਦੀ ਬੁਨਿਆਦ ਕਿਰਤ ਕਰਨ ਦੇ ਉੱਤੇ ਆਉਂਦਾ ਹੈ। ਜਪੀਏ ਨਾਮ, ਜਪੀਏ ਅੰਨ। ਇਹ ਭਗਤ ਕਬੀਰ ਜੀ ਨੇ ਗੌਂਡ ਰਾਗ ਵਿੱਚ ਇੱਕ ਸ਼ਬਦ ਲਿਖਿਆ, ਉਹਦੇ 'ਚ ਜ਼ਿਕਰ ਆਉਂਦਾ ਹੈ, ਅੰਨ ਤੋਂ ਭਾਵ ਉੱਚੀ ਸੁੱਚੀ ਉਪਜੀਵਕਾ ਦਾ ਸਾਧਨ ਹੈ। ਅੰਨ ਤੋਂ ਭਾਵ ਜੋ ਧਰਮ ਦੀ ਕਿਰਤ ਨਹੀਂ ਕਰਦਾ, ਉਹ ਜਾਂ ਮੰਗਦਾ ਹੈ ਜਾਂ ਲੁੱਟਦਾ ਹੈ। ਐਸੇ ਨਿਖਿੱਧ ਕਰਮਾਂ ਦੀ ਸਿੱਖੀ ਦੇ ਵਿੱਚ ਕੋਈ ਥਾਂ ਨਹੀਂ ਹੈ, ਨਾ ਮੰਗ ਕੇ ਖਾਣ ਦੀ, ਨਾ ਲੁੱਟ ਕੇ ਖਾਣ ਦੀ। ਸਿੱਖ ਨੂੰ ਤਾਂ ਮਿਹਨਤ ਦੀ, ਦਸਾਂ ਨੋਆਂ ਦੀ ਕਿਰਤ ਕਰਨ ਦਾ, ਧਰਮ ਦੀ ਕਿਰਤ ਕਰਨ ਦਾ, ਸੁੱਚੀ ਮਿਹਨਤ ਕਰਨ ਦਾ, ਸੁੱਚੀ ਘਾਲਣ ਦਾ ਉਪਦੇਸ਼ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਉਹ ਦਿੱਤਾ ਹੈ। ਰਹਿਤਨਾਮਿਆਂ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ, ਗੁਰੂ ਕਾ ਸਿੱਖ ਹੁੰਦੇ ਬਲ ਕਿਸੇ ਦਾ ਧਨ ਨਾ ਖਾਏ। ਕੁਝ ਕਿਸੇ ਨੂੰ ਖਵਾਏ, ਵੀ ਕਿਸੇ ਆਪਣੇ ਬਲ ਦੇ ਨਾਲ, ਜ਼ੋਰ ਨਾਲ ਕਿਸੇ ਦਾ ਧਨ ਨਾ ਖੋਲਵੇ, ਹੱਕ ਨਾ ਮਾਰੇ। ਇਹ ਤਾਂ ਸਗੋਂ ਵੰਡ ਕੇ ਛਕੇ। ਘਾਲ ਖਾਏ ਕਿ ਚੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਵੀ ਰਾਹ ਦੀ ਪਛਾਣ ਕੌਣ ਕਰਦਾ? ਜਿਹੜਾ ਘਾਲ ਕਰਦਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਧਰਮ ਚਲਾਇਆ, ਇਹਦੇ ਮੁੱਖ ਦਿਸ਼ਾ ਵਿੱਚ 3 ਚੀਜ਼ਾਂ ਨੂੰ ਸ਼ਾਮਿਲ ਕਰ ਦਿੱਤਾ ਗਿਆ। ਉਹ ਧਰਮ ਦੀ ਕਮਾਈ ਨੂੰ ਪਰਮਾਤਮਾ ਦੀ ਦਾਤ ਸਮਝਣਾ, ਤੇ ਇਸ ਆਪਣੀ ਮਿਹਨਤ ਦਾ ਸਿੱਟਾ ਨਹੀਂ ਹੈ। ਕਿ ਇਹ ਨਾ ਸਮਝਣਾ ਵੀ ਮੈਂ ਮਿਹਨਤ ਕਰ ਲਈ ਤੇ ਸ਼ਾਇਦ ਇਹ ਜਿੱਥੇ ਤੇਰੀ ਮਿਹਨਤ, ਉੱਥੇ ਪਰਮਾਤਮਾ ਦੀ ਦਾਤ ਹੈ। ਜਦੋਂ ਦਾਤ ਪਰਮਾਤਮਾ ਦੀ ਹੈ, ਫਿਰ ਇੱਥੇ ਸਾਰਿਆਂ ਦਾ ਹੱਕ ਹੈ। ਫਿਰ ਤੇਰਾ ਇਕੱਲੇ ਦਾ ਹੱਕ ਨਹੀਂ ਹੈ। ਤੇ ਤੇਰੀ ਆਪਣੀ ਮਿਹਨਤ ਦਾ ਨਤੀਜਾ ਹੁੰਦਾ, ਪਰਮੇਸ਼ਰ ਦਾ ਕੋਈ ਰੋਲ ਹੀ ਨਾ ਹੁੰਦਾ, ਫਿਰ ਤਾਂ ਤੂੰ ਮਾਲਕ ਬਣ ਕੇ ਬੈਠ ਜਾਂਦਾ। ਪਰ ਕਿਉਂਕਿ ਇਹ ਦਾਤ ਦੇ ਉੱਤੇ ਉਸ ਮੇਰੇ ਮਾਲਕ ਦੀ ਦਾਤ ਹੈ, ਤੇ ਇਹ ਤੇ ਹੱਕ ਵੀ ਸਾਰਿਆਂ ਦਾ। ਇਤਿਹਾਸਿਕ ਬੜੀ ਵਧੀਆ ਸਾਖੀ ਆਉਂਦੀ ਹੈ ਕਿ ਫਰਕਸੀਅਰ ਦੇ ਹੁਕਮ ਨਾਲ ਵੱਖ-ਵੱਖ ਉਮਰ ਦੇ 4 ਸਿੰਘਾਂ ਨੂੰ ਕੈਦ ਕੀਤਾ ਗਿਆ, ਬੰਦੀ ਕਰ ਦਿੱਤੇ ਗਏ। 4 ਦਿਨ ਲਗਾਤਾਰ ਉਹਨਾਂ ਨੂੰ ਭੁੱਖਾ ਰੱਖਿਆ ਗਿਆ।
ਫਿਰ 2 ਰੋਟੀਆਂ ਉਹਨਾਂ ਦੇ ਅੱਗੇ ਪਾ ਦਿੱਤੀਆਂ ਗਈਆਂ। ਕੁਝ ਦੇਰ ਤਾਂ ਰੋਟੀਆਂ ਕਹਿੰਦੇ ਉੱਥੇ ਹੀ ਪਈਆਂ ਰਹੀਆਂ, ਕਿਸੇ ਨੇ ਉਹਨਾਂ ਨੂੰ ਹੱਥ ਹੀ ਨਹੀਂ ਲਾਇਆ। ਫਿਰ ਉਹਨਾਂ ਚੋਂ ਚੌਂ 'ਚ ਜਿਹੜਾ ਸਭ ਤੋਂ ਬਿਰਧ ਸੀ, ਉਸਨੇ ਦੋਵੇਂ ਰੋਟੀਆਂ ਚੁੱਕ ਕੇ ਸਭ ਤੋਂ ਛੋਟੇ ਬਾਲਕ ਦੇ ਅੱਗੇ ਰੱਖ ਦਿੱਤੀਆਂ ਕਿ ਬੇਟਾ ਤੂੰ ਛਕ ਲੈ। ਬਾਲਕ ਨੇ ਆਪਣੇ ਅੱਗੋਂ ਚੁੱਕੀਆਂ ਤੇ ਨੌਜਵਾਨ ਅੱਗੇ ਸਿੱਖ ਕੇ ਰਿਆ ਧਰੀਆਂ। ਕਿਹਾ ਮੈਂ ਤਾਂ ਜੇ ਛੋਟਾ ਹਾਂ, ਮੈਂ ਤਾਂ ਜੇ ਲੜ ਨਹੀਂ ਸਕਦਾ, ਤੁਸੀਂ ਲੜ ਸਕਦੇ ਹੋ, ਤੁਸੀਂ ਛਕੋ, ਤੁਸੀਂ ਤਗੜੇ ਹੋ ਕੇ ਲੜ ਸਕੋ। ਨੌਜਵਾਨ ਨੇ ਚੁੱਕੀਆਂ ਤੇ ਅਧਖੜ ਦਾ ਜਿਹੜਾ ਉਹਦਾ ਅਧਖੜ ਉਮਰ ਦਾ ਵੀਰ ਸੀ ਉਹਦੇ ਅੱਗੇ ਜਾ ਕੇ ਰੱਖ ਦਿੱਤੀਆਂ। ਉਹਨੇ ਕਿਹਾ ਮੈਂ ਤਾਂ ਜੇ 4 ਦਿਨ ਹੋਰ ਕੱਟ ਸਕਦਾ ਹਾਂ, ਮੇਰੀ ਉਮਰ ਜਵਾਨੀ ਦੀ ਹੈ, ਤੇ ਤੁਸੀਂ ਇਹ ਅਧਖੜ ਦੇ ਜਿਹੜੇ ਉਮਰ ਦਾ ਸੀ ਉਹਨੂੰ ਜਾ ਕੇ ਕਹਿਣ ਲੱਗਾ ਵੀ ਮੈਂ ਤਾਂ ਜੇ 4 ਦਿਨ ਕੱਟ ਸਕਦਾ ਹਾਂ, ਕਿਰਪਾ ਕਰਕੇ ਤੂੰ ਹੀ ਛਕ ਲਓ। ਉਹਨੇ ਚੁੱਕੀਆਂ ਫਿਰ ਰੋਟੀਆਂ ਤੇ ਉਹ ਬਜ਼ੁਰਗ ਦੇ ਅੱਗੇ ਜਾ ਕੇ ਫਿਰ ਰੱਖ ਦਿੱਤੀਆਂ। ਬਾਬਾ ਜੀ ਅਸੀਂ ਸਾਰੇ ਜਿਉਂਦੇ ਰਹਿ ਸਕਦੇ ਹਾਂ, ਤੁਹਾਡਾ ਸਰੀਰ ਇਸ ਸਮੇਂ ਨੇ ਥੋੜਾ ਕਮਜ਼ੋਰ ਕਰ ਦਿੱਤਾ ਹੈ, ਕਿਰਪਾ ਕਰਕੇ ਪ੍ਰਸ਼ਾਦੇ ਤੂੰ ਹੀ ਛਕ ਲਓ। ਬਿਰਧ ਬਾਬੇ ਨੇ ਦੁਬਾਰਾ ਰੋਟੀਆਂ ਫਿਰ ਬਾਲਕ ਦੇ ਅੱਗੇ ਰੱਖ ਦਿੱਤੀਆਂ। ਕਹਿਣ ਲੱਗਾ ਬੇਟਾ ਤੂੰ ਸਾਡੇ ਭਵਿੱਖ ਦੀ ਆਸ ਹੈ, ਤੂੰ ਇਹ ਪ੍ਰਸ਼ਾਦੇ ਛਕ ਲੈ, ਸਾਡੇ ਭਵਿੱਖ ਨੂੰ ਤੂੰ ਉਜਲ ਕਰਨਾ ਹੈ। ਪਰ ਬਾਲਕ ਫਿਰ ਵੀ ਰੋਟੀਆਂ ਛਕਣ ਨੂੰ ਤਿਆਰ ਨਾ ਹੋਇਆ। ਅਖੀਰ ਸਾਰਿਆਂ ਨੇ ਅੱਧੀ ਅੱਧੀ ਰੋਟੀ ਛਕ ਕੇ ਲਈ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਹ ਇੱਕ ਮਿਸਾਲ ਹੈ ਵੀ ਸਾਡੇ ਆਚਰਣ ਦੀ, ਸਾਡੇ ਸਵਾਰਥਹੀਨਤਾ ਦੀ, ਵੰਡ ਛਕਣ ਦੀ ਇੱਕ ਮਿਸਾਲ ਹੈ ਸਾਡੇ ਅੱਗੇ। ਅਨੇਕਾਂ ਹੀ ਉਦਾਹਰਨਾਂ ਸਾਨੂੰ ਹੋਰ ਮਿਲਦੀਆਂ ਹਨ। ਵੰਡ ਛਕਣ ਦਾ ਭਾਵ ਜਿਹੜਾ ਹੈ ਗੁਰੂ ਦੀ ਪ੍ਰਸੰਨਤਾ ਹਾਸਲ ਕਰਨ ਦਾ ਇੱਕ ਢੰਗ ਹੈ। ਕੇਵਲ ਮਿੱਤਰਾਂ ਨੂੰ ਨਹੀਂ, ਵੈਰੀਆਂ ਨੂੰ ਵੀ ਉਸਦਾ ਪੁੱਤਰ ਸਮਝਿਆ ਜਾਂਦਾ ਸੀ। ਦੁਸ਼ਮਣ ਉਨੀ ਦੇਰ ਤੱਕ ਹੈ ਜਦ ਤੱਕ ਇਹ ਲੜਾਈ ਦੇ ਮੈਦਾਨ ਵਿੱਚ ਚੱਲਦਾ ਸੀ। ਮੁਸਲਮਾਨੀ ਲਿਖਦਾ, ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੀ ਬਾਰੇ ਜਦੋਂ ਗੱਲ ਕਰਦਾ ਹੈ, ਕਹਿੰਦਾ ਲੜਾਈ ਦੇ ਮੈਦਾਨ ਵਿੱਚ ਤੇਗ ਚਲਾਉਂਦਿਆਂ ਹੋਇਆ ਜੇ ਕਿਸੇ ਦੀ ਦਸਤਾਰ ਉਤਰ ਜਾਂਦੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਸਤਾਰ ਦੇ ਤਲਵਾਰ ਦੇ ਵਾਰ ਨੂੰ ਰੋਕ ਲੈਂਦੇ। ਉਹ ਕਹਿੰਦੇ ਭਲੇ ਮਾਨਸਾ ਆਪਣੀ ਦਸਤਾਰ ਸੰਭਾਲ, ਮੈਂ ਤੇਰੀ ਇੱਜ਼ਤ ਉਤਾਰਨ ਲਈ ਲੜਾਈ ਦੇ ਮੈਦਾਨ ਵਿੱਚ ਨਹੀਂ ਆਇਆ, ਮੇਰੀ ਲੜਾਈ ਕੇਵਲ ਜ਼ੁਲਮ ਦੇ ਨਾਲ ਹੈ। ਜਦ ਤੱਕ ਤੂੰ ਸਾਹਮਣੇ ਲੜਦਾ ਹੈ ਤੂੰ ਜ਼ਾਲਮ ਹੈ। ਤਾਂ ਇਹ ਮਿਲਦੀਆਂ ਸਾਨੂੰ, ਇਹ ਉਦਾਹਰਨਾਂ ਸਾਨੂੰ ਮਿਲਦੀਆਂ ਨੇ। ਪੰਥ ਪ੍ਰਕਾਸ਼ ਦੇ ਵਿੱਚ ਵੀ ਇੱਕ ਜ਼ਿਕਰ ਆਉਂਦਾ ਹੈ, ਦੇਗ ਤਿਆਰ ਗੁਰ ਹੋਈ, ਉਸ ਸਮੇਂ ਵੈਰੀ ਕਿਨ ਆਵੇ, ਪਰਮ ਮੀਤ ਸਮ ਤਾਹਿ ਚਕਾਵੇ, ਵੈਰੀ ਮਿੱਤਰਨ ਕੋ ਸਮ ਦੇ ਹੈ, ਬਚੇ ਸੋ ਪਾਛੇ ਖੁਦ ਖਾ ਲੈ ਹੈ, ਨਹੀਂ ਤੋ ਲੰਗਰ ਮਸਤ ਬਤੇ ਹੈ। ਵੀ ਉੱਚਾ ਚੜ ਕੇ ਢੰਡੋਰਾ ਦਿੰਦੇ ਸੀ ਜੰਗ ਦੇ ਮੈਦਾਨ ਵਿੱਚ ਵੀ। ਜਦੋਂ ਲੰਗਰ ਤਿਆਰ ਹੋ ਜਾਂਦਾ ਸੀ, ਵੈਰੀ ਹੋਵੇ ਜਾਂ ਕੋਈ ਹੋਵੇ, ਉਸ ਪੰਗਤ 'ਚ ਬੈਠ ਕੇ ਛਕ ਲੈਂਦਾ ਸੀ। ਜੇ ਬਚ ਜਾਵੇ ਤੇ ਕਹਿੰਦੇ ਨੇ ਬਚੇ ਸੋ ਪਾਛੇ ਖੁਦ ਖਾ ਲੈ ਹੈ, ਨਹੀਂ ਤੋ ਲੰਗਰ ਮਸਤ ਬਤੇ ਹੈ। ਫਿਰ ਕਹਿੰਦੇ ਲੰਗਰ ਮਸਤ ਹੋ ਗਿਆ ਜੇ ਨਹੀਂ ਬਚਿਆ ਤਾਂ। ਇਸ ਤਰ੍ਹਾਂ ਦੀਆਂ ਵਾਰਤਾਵਾਂ ਸਾਡੇ ਸਿੱਖ ਇਤਿਹਾਸ ਵਿੱਚ ਉਹਨਾਂ ਦੀਆਂ ਆਉਂਦੀਆਂ ਹਨ ਜਿਨ੍ਹਾਂ ਨੇ ਵੰਡ ਛਕਣ ਦੀ ਗੱਲ ਕੀਤੀ। ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ। ਤਾਂ ਵੰਡ ਛਕਣ ਦੀ ਗੱਲਾਂ ਜਿਹੜੀਆਂ ਹਨ ਇੱਕ ਛੋਟੀਆਂ ਨਹੀਂ ਹਨ। ਵੰਡ ਕੇ ਛਕਣ ਵਾਲੇ ਅਸਲ ਵਿੱਚ ਪਿਆਰੇ ਦੇ ਪ੍ਰੀਤਮ ਦੇ ਸਾਧਕ ਹੁੰਦੇ ਹਨ। ਰੱਬ ਦੇ ਜੀਆਂ ਨੂੰ ਪਿਆਰ ਕੀਤੇ ਬਿਨਾਂ ਰੱਬ ਨਹੀਂ ਮਿਲਦਾ। ਉਸ ਪਿਆਰੇ ਨੂੰ ਕਿਵੇਂ ਗਲੇ ਲੱਗ ਸਕਦੇ ਹਾਂ ਜੇ ਅਸੀਂ ਉਹਦੇ ਜੀਆਂ ਨਾਲ ਹੀ ਪਿਆਰ ਨਹੀਂ ਕਰਦੇ। ਉਸ ਪਿਆਰੇ ਦਾ ਪਿਆਰ ਉਹਦੀ ਕੁਦਰਤ ਨਾਲ ਵੀ ਪਿਆਰ ਹੈ। ਆਪਣੀ ਘਾਲ ਕਮਾਈ ਨੂੰ ਹੋਰਨਾਂ ਨਾਲ ਵੰਡ ਕੇ ਖਾਣਾ, ਇਹ ਪਿਆਰ ਦੀ ਇੱਕ ਨਿਸ਼ਾਨੀ ਹੈ। ਗੁਰੂ ਹਰਿਰਾਏ ਸਾਹਿਬ ਜੀ ਦਾ ਉਦੇਸ਼ ਮਿਲਦਾ ਹੈ ਕਿ ਸਿੱਖ ਨੂੰ ਆਪਣੇ ਦਰਵਾਜ਼ੇ ਦੀਆਂ ਕੁੰਡੀਆਂ ਇਸ ਢੰਗ ਨਾਲ ਨਹੀਂ ਮਾਰਨੀਆਂ ਚਾਹੀਦੀਆਂ ਰਾਤ ਨੂੰ ਸੌਣ ਵੇਲੇ ਕਿ ਉਹਨੂੰ ਬਾਹਰ ਕਿਸੇ ਕਰਲਾਉਣ ਦੀ ਜਾਂ ਰੋਣ ਦੀ ਲੋੜਵੰਦ ਦੀ ਆਵਾਜ਼ ਸੁਣਨੀ ਬੰਦ ਹੋ ਜਾਏ। ਗੁਰੂ ਹਰਿਰਾਏ ਸਾਹਿਬ ਜੀ ਦਾ ਉਪਦੇਸ਼ ਵੀ ਸਾਨੂੰ ਮਿਲਦਾ ਹੈ। ਭਾਵੇਂ ਸਿੱਖ ਨੂੰ ਆਪਣੇ ਦਰਵਾਜ਼ੇ ਦੀਆਂ ਕੁੰਡੀਆਂ ਇੰਨੀ ਜ਼ੋਰ ਦੀ ਬੰਦ ਨਹੀਂ ਕਰ ਲੈਣੀਆਂ ਚਾਹੀਦੀਆਂ ਕਿ ਉਹਨੂੰ ਕਿਸੇ ਦੀ ਹੋਰ ਆਵਾਜ਼ ਲੋੜਵੰਦ ਦੀ ਆਵਾਜ਼ ਸੁਣਨੀ ਬੰਦ ਹੋ ਜਾਏ। ਇਹ ਹੈ ਵੰਡ ਛਕਣ ਦੀ ਗੱਲ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ ਹੈ। ਤਾਂ ਭਾਈ ਨੰਦ ਲਾਲ ਸਿੰਘ ਦਾ ਰਹਿਤਨਾਮਾ ਜਿਹੜਾ ਮਿਲਦਾ ਹੈ, 10 ਨੱਕ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਕਰ ਮੈਂ ਪਾਵੇ, ਤਿਸਤੇ ਗੁਰਦ ਸਹੁੰ ਜੋ ਦੇਈ, ਸਿੰਘ ਸੁਭਾ ਸੋ ਜਗ ਮੈਂ ਹੋਈ। ਤਾਂ ਉਹਦੀ ਜ਼ਿਕਰ ਵੀ ਜਿਹੜਾ ਸਾਨੂੰ ਮਿਲਦਾ ਹੈ। ਤਾਂ ਵੰਡ ਕੇ ਛਕਣਾ ਸਿੱਖ ਸਮਾਜਵਾਦ ਦਾ ਇੱਕ ਆਦਰਸ਼ ਹੈ। ਸਮਾਜਿਕ ਉੱਨਤੀ ਦੇ 2 ਪੱਖ ਮੰਨੇ ਜਾਂਦੇ ਨੇ, ਵਿਆਪਨ, ਸਾਂਝਾ ਕਲਿਆਣ। ਇੱਕ
ਇੰਡੀਵਿਜੂਅਲ, ਇੱਕ ਸਾਂਝਾ। ਤਾਂ ਸਾਡੇ ਅੰਦਰ ਜਿਹੜੀ ਗੱਲ ਅਸੀਂ ਕਰਦੇ ਹਾਂ, ਇੱਥੇ ਸਰਬੱਤ ਕੇ ਭਲੇ ਦੀ ਗੱਲ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੀ ਗੱਲ ਹੈ। ਤਾਂ ਵੰਡ ਕੇ ਛਕਣ ਦਾ ਸੰਕਲਪ ਜਿਹੜਾ ਹੈ ਉਹ ਯਾਦ ਕੀਤਾ ਜਾਂਦਾ ਹੈ ਉਹਨਾਂ ਨੂੰ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਗੁਰੂ ਦੀ ਦਿੱਤੀ ਦਾਤ ਵਿੱਚੋਂ ਵੰਡ ਕੇ ਛਕਿਆ ਹੈ, ਸਮਾਜ ਦੇ ਲਈ ਕੁਝ ਕੀਤਾ ਹੈ। ਉਹਨਾਂ ਲਈ ਇਹ ਜ਼ਿਕਰ ਕੀਤਾ, ਵੰਡ ਕੇ ਛਕਿਆ। ਉਹਨਾਂ ਨੂੰ ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਦੇਗ ਚਲਾਈ। ਦੇਗ ਦਾ ਲਫ਼ਜ਼ੀ ਅਰਥ ਹੈ ਖੁੱਲੇ ਮੂੰਹ ਵਾਲਾ, ਵੱਡੇ ਆਕਾਰ ਵਾਲਾ ਭਾਂਡਾ ਜਿਸ ਵਿੱਚ ਲੰਗਰ ਪਕਾਇਆ ਜਾਂਦਾ ਹੈ। ਇਸ ਦਾ ਖੁੱਲਾ ਮੂੰਹ ਤੇ ਵੱਡਾ ਆਕਾਰ ਅਸਲ ਵਿੱਚ ਇਸ ਦੀ ਉਦਾਰਤਾ ਜਾਂ ਫਰਾਖ ਦਿਲੀ ਦਾ ਸੰਕੇਤ ਦਿੰਦੇ ਹਨ। ਦੇਗ ਦਾ ਮਤਲਬ ਵੀ ਫਰਾਖ ਦਿਲੀ ਹੈ, ਖੁੱਲੇ ਮੂੰਹ ਵਾਲੀ ਚੀਜ਼। ਤਾਂ ਇਸ ਦੇਗ ਦਾ ਮਤਲਬ ਜਿਹੜਾ ਹੈ, ਉਹਦੇ ਭਾਂਡੇ ਦਾ ਮਤਲਬ ਵੀ ਫਰਾਖ ਦਿਲੀ ਹੈ। ਦੇਗ ਦੀ ਜ਼ਰੂਰਤ ਸਾਡੇ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ। ਦੇਗ ਦਾ ਮਤਲਬ ਲੰਗਰ ਪਾਣੀ। ਇਹ ਸਾਡੇ ਅੰਨ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਦੇਗ ਸਾਡੀ ਸਰੀਰਕ ਸ਼ਕਤੀ ਦਾ ਸੋਮਾ ਹੈ। ਦੇਵ ਸਾਡੇ ਚੰਗੀ ਸਿਹਤ ਦਾ ਪ੍ਰਤੀਕ ਹੈ। ਇਸ ਤੋਂ ਬਿਨਾਂ ਨਾ ਤਾਕਤ ਆਉਂਦੀ ਹੈ ਤੇ ਬੰਦਗੀ ਵੀ ਨਹੀਂ ਹੁੰਦੀ। ਭੁੱਖੇ ਭਗਤ ਨਾਲ ਭਿੱਜੇ ਵਾਲੀ ਜਿਹੜੀ ਗੱਲ ਹੈ, ਉਹਦੇ ਨਾਲ ਬੰਦਗੀ ਵੀ ਨਹੀਂ ਹੁੰਦੀ। ਤਦ ਫਿਰ ਇਹ ਜੇ ਤਾਂ ਭਗਤ ਜੀ ਇਸੇ ਕਰਕੇ ਕਹਿ ਦਿੰਦੇ, ਭਗਤ ਕਬੀਰ ਜੀ ਭੁੱਖੇ ਭਗਤ ਨਾ ਕੀਜੇ, ਜੇ ਮਾਲਾ ਆਪਣੀ ਲੀਜੇ। ਤਾਂ ਇੱਥੇ ਜਿਹੜੀ ਮੰਗਣ ਦੀ ਗੱਲ, ਫਿਰ ਅੱਗੋਂ ਮੰਗਣ ਦੀਆਂ ਗੱਲਾਂ ਵੀ ਕਹਿੰਦੇ, ਦੋ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਨਾ, ਅਧ ਸਿਰ ਮੰਗੂ ਦਾਲੇ, ਮੁਕੋ ਦੋਨੋਂ ਵਕਤ ਜਵਾਲੇ। ਇਹ ਵੀ ਗੱਲ ਭਗਤ ਜੀ ਲਿਖਦੇ ਨੇ। ਤਾਂ ਸਤਿਗੁਰਾਂ ਵੱਲੋਂ ਦੇਗ ਦੀ ਦਾਤ ਖਾਲਸੇ ਨੂੰ ਇਸ ਲਈ ਮਿਲੀ ਹੈ ਕਿ ਐਸਾ ਹੋਕਾ ਮਾਰਨ ਦੀ ਲੋੜ ਹੀ ਨਾ ਪਵੇ, ਕਿਸੇ ਦੀ ਭਗਤੀ ਵਿੱਚ ਉਸ ਦੀ ਭੁੱਖ ਰੁਕਾਵਟ ਹੀ ਨਾ ਪਾਵੇ, ਕਿਸੇ ਦਾ ਸਿਮਰਨ ਪੇੜ ਦੇ ਦੁੱਖ ਤੋਂ ਕਿਤੇ ਜਾੜੀ ਖੜਾ ਹੀ ਨਾ ਹੋ ਜਾਵੇ। ਇਸ ਕਰਕੇ ਇਹ ਦਾਤ ਜਿਹੜੀ ਹੈ, ਇਹ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ। ਦੇਗ ਸ਼ਬਦ ਕੜਾਹ ਪ੍ਰਸ਼ਾਦ ਵਾਸਤੇ ਵੀ ਵਰਤਿਆ ਜਾਂਦਾ ਹੈ, ਲੰਗਰ ਵਾਸਤੇ ਵੀ ਵਰਤਿਆ ਜਾਂਦਾ ਹੈ। ਕੜਾਹ ਪ੍ਰਸ਼ਾਦ ਨੂੰ ਤਾਂ ਪ੍ਰਸ਼ਾਦ ਕਿਹਾ ਹੀ ਜਾਂਦਾ ਸੀ, ਲੰਗਰ ਵਿੱਚ ਵੀ ਪ੍ਰਸ਼ਾਦ ਹੀ ਛਕਿਆ ਜਾਂਦਾ ਹੈ, ਉਹਨੂੰ ਵੀ ਕਹਿੰਦੇ ਪ੍ਰਸ਼ਾਦਾ ਜੀ। ਦੇਗ ਵਿੱਚ ਵਾਹਿਗੁਰੂ ਦੇ ਸਦ ਪ੍ਰਤਪਾਲਕ ਪ੍ਰਸ਼ਾਦ ਦਾ ਇੱਕ ਰਹੱਸ ਛੁਪਿਆ ਹੋਇਆ ਹੈ। ਇਹ ਗੁਰਪ੍ਰਸਾਦ ਦਾ ਇੱਕ ਸੰਕੇਤ ਹੈ। ਜਦੋਂ ਅਸੀਂ ਏਦਾਂ ਅੰਜਲੀ ਜੀ ਬਣਾ ਕੇ ਦੋਨੇ ਹੱਥ ਜੋੜ ਕੇ ਪ੍ਰਸ਼ਾਦ ਲੈਂਦੇ ਹਾਂ, ਤਾਂ ਪੰਗੇ 'ਚ ਬੈਠ ਕੇ ਫਿਰ ਲੰਗਰ ਛਕਦੇ ਹਾਂ, ਤਾਂ ਫਿਰ ਦੇਗ ਵਾਹਿਗੁਰੂ ਜੀ ਦੀ ਅਨੰਤ ਮੇਰਾ ਮਤ ਦਾ ਇੱਕ ਪ੍ਰਤੱਖ ਪ੍ਰਮਾਣ ਹੈ ਜਿਹੜੀ ਦੇਗ ਹੈ। ਤਾਂ ਦੇਗ ਰਾਹੀਂ ਸਿਦਕ ਜਿਹੜਾ ਪੱਕਾ ਹੁੰਦਾ ਹੈ, ਜਿਸ ਦਾ ਦਿੱਤਾ ਅਸੀਂ ਖਾਂਦੇ ਹਾਂ, ਉਸ ਨੂੰ ਚੇਤੇ ਰੱਖਣਾ, ਉਸ ਦਾ ਸ਼ੁਕਰਾਨਾ ਕਰਨਾ, ਉਹਦੀ ਸਿਫਤ ਸਲਾਹ ਕਰਨੀ, ਉਸ ਨੂੰ ਸ਼ਾਬਾਸ਼ ਆਖਣਾ, ਉਹਦੇ ਤੋਂ ਸਦਕੇ ਜਾਣਾ। ਇਹ ਸਾਡਾ ਦੇਗ ਦਾ ਇੱਕ ਸੰਕਲਪ ਹੈ। ਲੰਗਰ ਵਿੱਚ ਵਾਹਿਗੁਰੂ ਦੀ ਮਿਹਰ ਦਾ ਦੀਦਾਰ ਹੁੰਦਾ ਹੈ। ਉੱਥੇ ਜੇ ਅਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖਿਆ ਕਿ ਲੰਗਰ ਨੂੰ ਅੰਨ ਦਾ ਮੰਦਰ ਲਿਖਿਆ, ਉਹਨਾਂ ਨੇ ਆਪਣੀ ਲਿਖਤ ਵਿੱਚ ਇੱਕ ਥਾਂ ਲਿਖਿਆ ਟੈਂਪਲ ਆਫ ਬ੍ਰੈਡ ਕਿਹਾ ਜਾਂਦਾ ਹੈ, ਵੀ ਅੰਨ ਦਾ ਮੰਦਰ। ਉਹਨਾਂ ਨੇ ਪੂਰਨ ਸਿੰਘ ਜੀ ਨੇ ਇਹਨੂੰ ਲਿਖਿਆ ਵੀ ਇਹ ਇੱਕ ਅੰਨ ਦਾ ਮੰਦਰ ਹੈ, ਦੇਗ ਜਿਹੜਾ ਲੰਗਰ ਸਾਡਾ ਹੈ। ਦੇਗ ਦੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋ ਗਈ ਸੀ। ਪਹਿਲੀ ਉਦਾਸੀ ਦੇ ਦੌਰਾਨ ਜਦੋਂ ਸੁਲਤਾਨਪੁਰ ਤੋਂ ਅਹਿਮਦਾਬਾਦ ਲਈ ਚੱਲੇ, ਤਾਂ ਸੁਲਤਾਨਪੁਰ ਤੋਂ ਅਜੇ ਕੁਝ ਕੁ ਮੀਲ ਦੂਰ ਹੀ ਗਏ ਸੀ। ਇੱਕ ਥੋੜੀ ਜਗ੍ਹਾ ਦੇਖ ਕੇ ਵਿਸਰਾਮ ਕੀਤਾ। ਉੱਥੇ ਉਹਦਾ ਚੌਧਰੀ ਭਾਈ ਤਾਰਾ ਦਰਸ਼ਨ ਨੂੰ ਆਇਆ। ਬਾਬੇ ਨੇ ਉਸ ਪਾਸੋਂ 3 ਵਸਤਾਂ ਆਟਾ, ਘਿਓ ਤੇ ਖੰਡ ਮੰਗਵਾਈਆਂ। ਫਿਰ ਮਰਦਾਨੇ ਨੂੰ ਦੇਗ ਕਰਨ ਦੀ ਵਿਧੀ ਸਮਝਾਈ। ਜਦੋਂ ਦੇਗ ਤਿਆਰ ਹੋ ਗਈ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਉਹਨਾਂ ਹਾਜ਼ਰ ਪ੍ਰਾਣੀਆਂ ਵਿੱਚ ਵਰਤਾਈ। ਮਰਦਾਨੇ ਨੇ ਛਕੀ ਤਾਂ ਬੋਲਿਆ, ਬਾਬਾ ਐਸਾ ਪਵਿੱਤਰ ਆਹਾਰ ਤੇ ਸਦਾ ਹੀ ਐਸਾ ਅੰਮ੍ਰਿਤ ਵਰਤਦਾ, ਤਾਂ ਸਦਾ ਹੀ ਐਸਾ ਅੰਮ੍ਰਿਤ ਰੋਜ਼ ਮਿਲਣਾ ਚਾਹੀਦਾ ਹੈ। ਜਦੋਂ ਜਨਮ ਸਾਖੀ ਵਾਲਾ ਲਿਖਦਾ ਤਾਂ ਬਾਬਾ ਬੋਲਿਆ, ਮਰਦਾਨਿਆ ਇਸ ਸਥਾਨ ਤੋਂ ਸਦਾ ਹੀ ਐਸਾ ਅੰਮ੍ਰਿਤ ਵਰਤਦਾ ਰਹੇਗਾ। ਇੱਥੇ ਭੋਗ ਮੁਖ ਦਾ ਪ੍ਰਵਾਹ ਚੱਲੇਗਾ, ਜੋ ਉੱਥੇ ਸ਼ਬਦਾਵਲੀ ਲਿਖੀ ਹੋਈ ਹੈ। ਤੇ ਉਸ ਸਥਾਨ ਤੋਂ ਪਿੱਛੋਂ ਦਰਬਾਰ ਸਾਹਿਬ ਅੰਮ੍ਰਿਤਸਰ ਜਦੋਂ ਬਣਿਆ, ਉੱਥੇ ਮਰਿਆਦਾ ਅਨੁਸਾਰ ਫਿਰ ਬਿਨਾਂ ਨਾਗਾ ਇਹ ਦੇਗ ਜਿਹੜੀ ਹੈ ਉਹਦਾ ਤੁਲਸ ਪ੍ਰਸ਼ਾਦ ਲਗਾਤਾਰ ਹੀ ਵਰਤ ਰਿਹਾ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਕਰਤਾਰਪੁਰ ਵਿਖੇ ਲੰਗਰ ਕਾਇਮ ਹੋ ਗਿਆ ਸੀ। ਉਸ ਵਿੱਚ ਸੇਵਾ ਦਾ ਪ੍ਰਵਾਹ ਵੀ ਚੱਲਦਾ ਸੀ। ਹਰ ਆਏ ਗਏ ਪ੍ਰੇਮ ਸਹਿਤ ਨੂੰ ਪ੍ਰਸ਼ਾਦਾ ਵੀ ਛਕਾਇਆ ਜਾਂਦਾ ਸੀ। ਗੁਰੂ ਅੰਗਦ ਸਾਹਿਬ ਵੇਲੇ, ਖਡੂਰ ਸਾਹਿਬ ਵੇਲੇ ਲੰਗਰ ਦੀ ਨਿਗਰਾਨੀ ਮਾਤਾ ਖੀਵੀ ਜੀ ਦਾ ਜ਼ਿਕਰ ਵੀ ਆਉਂਦਾ ਹੈ। ਜਦੋਂ ਆਪਾਂ ਰਾਏ ਬਲਵੰਤ ਕੀ ਰਾਮਕਲੀ ਕੀ ਵਾਰ ਰਾਏ ਬਲਵੰਤ ਤਥਾ ਸੱਤੇ ਡੂਮ ਆਖੀ ਦੇ ਵਿੱਚ ਵੀ ਉਹਦਾ ਜ਼ਿਕਰ ਆਉਂਦਾ ਹੈ। ਤਾਂ ਮਾਤਾ ਖੀਵੀ ਜੀ ਬਹੁਤ ਹੀ ਲੰਗਰ ਦਾ ਖਿਆਲ ਆਪ ਕਰਦੇ ਸਨ। ਲੰਗਰ ਦਾ ਮਿਆਰ ਵੀ ਬੜਾ ਉੱਚਾ ਸੀ। ਘਿਓ ਵਾਲੀ ਖੀਰ ਵਰਤੀ ਦੱਸੀ ਜਾਂਦੀ ਹੈ। ਜਿਹੜਾ ਭੱਟਾ ਨੇ ਜਿਹੜੀ ਬਾਣੀ ਦੇ ਵਿੱਚ ਵੀ ਇਹ ਗੱਲ ਲਿਖੀ ਹੈ ਵੀ ਜਿਹੜੇ ਰਾਮਕਲੀ ਦੀ ਵਾਰ ਦੇ ਵਿੱਚ ਵੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌ ਪਤਰਾਲੀ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕੀ ਆਲੀ। ਇਹ ਗੱਲ ਵੀ ਉਹਦੇ 'ਚ ਲਿਖੀ ਸਾਨੂੰ ਮਿਲਦੀ ਹੈ। ਇਹ ਹਵਾਲੇ ਵੀ ਸਾਨੂੰ ਮਿਲਦੇ ਹਨ। ਗੁਰੂ ਅਮਰਦਾਸ ਵੇਲੇ, ਗੁਰੂ ਰਾਮਦਾਸ ਵੇਲੇ, ਗੁਰੂ ਅਰਜਨ ਦੇਵ ਸਾਹਿਬ ਵੇਲੇ, ਗੁਰੂ ਰਾਮਦਾਸ, ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ, ਇਹ ਸਾਰੇ ਲੰਗਰ ਇਸ ਤਰ੍ਹਾਂ ਚੱਲਦਾ ਸੀ। ਗੁਰੂ ਹਰਿਰਾਏ ਸਾਹਿਬ ਜੀ ਦਾ ਸਿੱਖ ਦੇ ਘਰ ਇਹ ਆਦੇਸ਼ ਹੀ ਕਰ ਦਿੱਤਾ ਸੀ ਕਿ ਪ੍ਰਸ਼ਾਦਾ ਛਕਣ ਵੇਲੇ ਹੋਕਾ ਦਿਓ, ਕੋਈ ਭੁੱਖਾ ਨਾ ਰਹੇ, ਗੁਰੂ ਕਾ ਲੰਗਰ ਤਿਆਰ ਹੈ, ਆਓ ਸਾਰੇ ਛਕ ਲਓ। ਗੁਰੂ ਹਰਿਰਾਏ ਸਾਹਿਬ ਜੀ ਇਹ ਹੁਕਮ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ 5 ਥਾਵਾਂ ਤੇ ਗੁਰੂ ਦਾ ਲੰਗਰ ਵਰਤਦਾ ਸੀ। ਕਹਿੰਦੇ ਹਨ ਉਹ ਸਾਰੇ ਅਨੰਦਪੁਰ ਸਾਹਿਬ ਕਿਸੇ ਦਾ ਘਰ ਚੁੱਲ੍ਹਾ ਨਹੀਂ ਸੀ ਬਲਦਾ। ਕਿਹਾ ਜਾਂਦਾ ਇਤਿਹਾਸ ਵਿੱਚ ਸਭੇ ਮਾਈ ਭਾਈ ਬੱਚੇ ਬੁੱਢੇ ਗੁਰੂ ਕੇ ਲੰਗਰ ਚੋਂ ਪ੍ਰਸ਼ਾਦ ਛਕਦੇ ਸਨ। ਉਸ ਵੇਲੇ ਤੱਕ ਲੰਗਰ ਸਮੁੱਚੀ ਪੰਥਕ ਏਕਤਾ ਦਾ ਇੱਕ ਚਿੰਨ੍ਹ ਬਣ ਚੁੱਕਾ ਸੀ। ਤੋ ਇਹ ਜਿਹੜੀ ਗੱਲ ਸਾਨੂੰ ਮਿਲਦੀ ਹੈ ਵੀ ਦਿਓ ਆਵਾਜ਼ਾਂ ਭੁੱਖਾ ਕੋਈ, ਆਓ ਦੇਗ ਤਿਆਗ ਗੁਰ ਹੋਈ, ਵੀ ਆਓ ਜਿਹੜਾ ਕੋਈ ਭੁੱਖਾ ਆ ਕੇ ਛਕ ਲਓ। ਦੇਗ ਤੇਗ ਚੱਲਣਾ ਤੇ ਦੇਗ ਤੇਗ ਫਤਿਹ ਦੀ ਗੱਲ ਤਾਂ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਹੀ ਸੀ ਵੀ ਸਿੱਖ ਦੇ ਘਰ ਆਏ ਹੋਏ ਮਹਿਮਾਨ ਲਈ ਦੇਗ, ਆਏ ਹੋਏ ਲੋੜਵੰਦ ਲਈ ਦੇਗ ਤੇ ਸਿਰਫ ਆਕੇ ਲਈ ਤੇਗ ਹਮੇਸ਼ਾ ਹੀ ਤਿਆਰ ਰਹਿਣੀ ਚਾਹੀਦੀ ਹੈ। ਦੇਗ ਚਲਾਉਣ ਵਾਲਿਆਂ ਦੇ ਵਿੱਚ ਕਦੀ ਕੋਈ ਵਿਤਕਰਾ ਨਹੀਂ, ਊਚ ਨੀਚ ਦਾ ਨਹੀਂ, ਜਾਤ ਪਾਤ ਦਾ ਨਹੀਂ, ਰੰਗ ਨਸਲ ਦਾ ਨਹੀਂ, ਵੈਰੀ ਮਿੱਤਰ ਦਾ ਨਹੀਂ। ਇਹਦੇ ਚ ਪ੍ਰੇਮ ਭਰਾਤਰੀ ਭਾਵ ਹੈ। ਅੱਜ ਵੀ ਇਹ ਦੇਗ ਤੇਗ ਜਿਹੜੀ ਹੈ ਇਹ ਸਾਡੀ ਚੱਲਦੀ ਹੈ। ਤਾਂ ਉੱਥੇ ਦੇਗ ਚਲਾਉਣ ਵਾਲਿਆਂ ਨੂੰ ਅਰਦਾਸ ਵਿੱਚ ਰੋਜ਼ ਯਾਦ ਕਰਕੇ ਉਹਨਾਂ ਆਦਰਸ਼ਾਂ ਦੇ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਆਦਰਸ਼ਾਂ ਨੂੰ ਸਾਹਮਣੇ ਰੱਖ ਕੇ ਇਹ ਦੇਗ ਤੇਗ ਦੀ ਗੱਲ, ਦੇਗ ਦੀ ਗੱਲ ਜਿਹੜੀ ਸੀ ਉਹ ਕੀਤੀ ਗਈ। ਤਾਂ ਦੇਗ ਦੇ ਸੰਕਲਪ ਜਿਹੜੇ ਜੁੜੇ ਹੋਏ ਹਨ, ਦੇਗ ਦੇ ਵਿੱਚ ਜੋ ਮਨੋਰਥ ਹੈ ਦੇਗ ਦਾ, ਉਸ ਦੇ ਨਾਲ ਉਸ ਦੇਗ ਦੀ ਜਿਹੜੀ ਗੱਲ ਹੈ ਉਹ ਅਸੀਂ ਅਰਦਾਸ ਵਿੱਚ ਰੋਜ਼ ਕਰਦੇ ਹਾਂ ਤੇ ਰੋਜ਼ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤਦ ਕਿ ਇਹ ਦੇ ਲੋ ਲੰਗਰ ਤਪਦੇ ਰਹਿਣ, ਸਿੱਖ ਛਕਦੇ ਛਕਾਉਂਦੇ ਰਹਿਣ। ਇਹ ਅਰਦਾਸ ਸਾਡੀ ਹੁੰਦੀ ਹੈ ਕਿ ਲੋ ਲੰਗਰ ਤਪਦੇ ਰਹਿਣ, ਸਿੱਖ ਛਕਦੇ ਛਕਾਉਂਦੇ ਰਹਿਣ। ਤਾਂ ਇਹ ਦੇਗ ਦੀ ਇੱਕ ਮਹਾਨਤਾ ਹੈ ਜਿਹੜੀ ਗੁਰੂ ਘਰ ਵਿੱਚ ਹੈ। ਤੇ ਇਸ ਦੇਗ ਦੀ ਮਹਾਨਤਾ ਨੂੰ ਹੀ ਅਰਦਾਸ ਰਾਹੀਂ ਗੁਰੂ ਪੰਥ ਨੇ ਪ੍ਰਵਾਨ ਕੀਤਾ ਔਰ ਗੁਰੂ ਪੰਥ ਸਦਾ ਹੀ ਇਸ ਦੇਗ ਦੀ ਮਹਾਨਤਾ ਦੇ ਨਾਲ ਉਸ ਅਰਦਾਸ ਵੀ ਸ਼ਾਮਲ ਕਰਕੇ ਸਦੀਵੀ ਬੋਲ ਬਣਾ ਦਿੱਤੇ ਤਦ ਕਿ ਜਦੋਂ ਵੀ ਅਸੀਂ ਰੋਜ਼ 2 ਵੇਲੇ ਅਰਦਾਸ ਕਰੀਏ ਤਾਂ ਸਾਨੂੰ ਦੇਗ ਦੀ ਗੱਲ ਵੀ ਉਸ ਕਰਤੇ ਪੁਰਖ ਮਾਲਕ ਦੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਨਾ ਸ਼ੁਕਰਾਨੇ ਦੇ ਸ਼ਬਦ ਵੀ ਸਾਡੇ ਮੂੰਹ ਚੋਂ ਨਿਕਲਦੇ ਰਹਿਣ। ਤਾਂ ਇਹ ਦੇਗ ਦਾ ਮਹੱਤਵ ਹੈ ਜੋ ਅਰਦਾਸ ਵਿੱਚ ਦੱਸਿਆ ਗਿਆ ਹੈ। ਦੇਗ ਦੀ ਗੱਲ ਅਸੀਂ ਅਗਲੇ ਹਫ਼ਤੇ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਪਿਆਰ ਸਤਿ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।